पंजाब टीवी ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਨਵਜੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਤੇ ਅੱਜ ਮੈਂ ਪ੍ਰੋਗਰਾਮ ਦੋ ਗੱਲਾਂ ਕਰੀਏ ਲੈ ਕੇ ਹਾਜ਼ਰ ਹਾਂ ਤੇ ਅੱਜ ਮੈਂ ਤੁਹਾਡੀ ਮੁਲਾਕਾਤ ਹੈ ਪਰਮਜੀਤ ਐਕਰਿਆਮ ਨਾਲ ਕਰਵਾਉਣ ਜਾ ਰਹੀ ਹਾਂ ਜੋ ਇੱਕ ਬਹੁਤ ਹੀ ਵੱਡੇ ਸਾਹਿਤਕਾਰ ਨੇ और मैं ਤੁਹਾਡੀ ਮੁਲਾਕਾਤ ਹੈ ਪਰਮਜੀਤ ਐਕਰਿਆਮ ਨਾਲ ਕਰਵਾਉਣੀ ਆ ਸਰ ਮੈਂ ਤੁਹਾਡਾ ਸਾਡੇ ਸਟੂਡੀਓ ਵਿੱਚ ਜੀ ਆਇਆਂ ਆਖਦੀ ਹਾਂ ਤੇ ਸਰ ਮੈਂ ਤੁਹਾਡਾ ਬਹੁਤ ਜੀ ਆਇਆਂ ਨੇ ਸਾਡੇ ਸਟੂਡੀਓ ਵਿੱਚ ਆਏ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਸਰ ਮੈਂ ਤੁਹਾਨੂੰ ਪਹਿਲਾ ਕੁਐਸਚਨ ਇਹ ਪੁੱਛਣਾ ਚਾਹਾਂਗੀ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੇ ਪਿਛੋਕੜ ਬਾਰੇ ਕੁਝ ਦੱਸੋ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰੇ ਆਪ ਮੀਡੀਆ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਲਈ ਸਤਿ ਸ਼੍ਰੀ ਅਕਾਲ ਦੇਖੋ ਭੈਣ ਜੀ ਮੇਰਾ ਜਿਹੜਾ ਪਿਛੋਕੜ ਆ ਨਾ ਉਹ ਇੱਕ ਮਜ਼ਦੂਰ ਪਰਿਵਾਰ ਨਾਲ ਜੀ ਮੇਰੇ ਫਾਦਰ ਸਾਹਿਬ ਲੇਬਰ ਕਰਦੇ ਸੀਗੇ ਔਰ ਸਾਡੇ ਜਿਹੜੇ ਉਹਨਾਂ ਦੇ ਮਾਂ-ਬਾਪ ਸੀ ਵੀ ਲੇਬਰ ਕਰਦੇ ਸੀਗੇ ਸਾਡੇ ਘਰ ਦੇ ਪੱਟ ਤੇ ਪਾਤੇ ਸੀਗੇ ਉਹ ਲੇਬਰ ਕਰਦੇ ਮਰ ਰਹੇ ਸੀ ਤੇ ਉਹ ਤੋਂ ਜ਼ਿਆਦਾ ਸੀ ਉੱਥੇ ਮੈਂ ਬਚਪਨ ਵਿੱਚ ਮੈਨੂੰ ਯਾਦ ਆ ਕਿ ਮੈਨੂੰ 6ਵੀਂ 7ਵੀਂ ਕਲਾਸ ਵਿੱਚ ਸੀਗਾ ਮੈਂ ਉਹ ਜਦ ਸਵੇਰੇ ਉਹਨੂੰ ਤੜਕੇ 4 ਵਜੇ ਜਾਣਾ ਨਾ ਹੁਣ ਮੈਨੂੰ ਥੋੜਾ ਤਕੜਾ ਹੋ ਗਿਆ ਸੀ ਉਹਨੂੰ ਕਹਿੰਦਾ ਕੱਕ ਤੂੰ ਨਾਲ ਚੱਲਿਆ ਕਰ ਮੈਂ ਸਵੇਰੇ 4 ਵਜੇ ਉਹਨਾਂ ਦੇ ਨਾਲ ਜਾਣਾ ਪਰ ਉੱਥੇ ਜੋ ਵੀ ਜਿਹੜਾ ਕੰਮ ਰੇਟਾ ਪੱਥਰਾਂ ਦਾ ਸੀਗਾ ਚਾਹੇ ਕਿ ਮਿੱਟੀ ਪੱਟਣ ਦਾ ਸੀਗਾ ਉਹ ਕੰਮ ਮੈਂ ਕਰਕੇ ਤਕਰੀਬਨ ਮੈਂ 8 ਵਜੇ ਤੱਕ ਵਿਹਲਾ ਹੋ ਗਏ 9 ਵਜੇ ਮੈਂ ਸਕੂਲੇ ਪਹੁੰਚ ਜਾਂਦਾ ਸੀ ਸਕੂਲੇ ਜਾ ਕੇ ਮੁੜ ਕੇ ਆ ਕੇ ਸਕੂਲ ਕੇ ਘਰ ਕਾਪੀ ਕਿਤਾਬਾਂ ਜੋ ਹੈਗੀਆਂ ਰੱਖ ਕੇ ਫਿਰ ਵਾਪਸ ਉਸੇ ਕੰਮ ਤੇ ਕਿਉਂਕਿ ਉਹ ਲੇਬਰ ਕਲਾਸ ਦੀ ਜਿਹੜੀ ਜੂਨ ਆ ਨਾ ਮੈਂ ਜਿਹੜੀ ਭੱਠੇ ਦੀ ਲੇਬਰ ਕਲਾਸ ਦੀ ਜੂਨ ਆ ਉਸ ਜੂਨ ਨੂੰ ਮੈਂ ਬਹੁਤ ਹੀ ਮਾੜੀ ਜੂਨ ਕਰਦਾ ਕਿਉਂਕਿ ਉਸ ਵਿੱਚ ਬੰਦੇ ਦੀ ਲਾਈਫ ਨਹੀਂ ਕੋਈ ਹੈਗੀ ਉਹ ਸਵੇਰ ਤੋਂ ਸ਼ਾਮ ਤੱਕ ਕੋਲੂ ਦੇ ਬੈਲ ਵਾਲਾ ਹਿਸਾਬ ਕਰ ਦਿੰਦਾ ਉਹ ਸਵੇਰ ਤੋਂ ਜੁੜਿਆ ਸ਼ਾਮ ਤੱਕ ਜੁੜਿਆ ਆ ਉਹਦਾ ਕੋਈ ਨਹੀਂ ਹੈਗਾ ਜਿਹੜੇ ਬੱਚੇ ਆ ਉਹਨਾਂ ਦੀ ਵੀ ਲਾਈਫ ਹੀ ਨਹੀਂ ਕਿਉਂਕਿ ਉਹ ਕੰਮ ਸਾਲ ਵਿੱਚ 3 ਜਾਂ 4 ਮਹੀਨੇ ਚੱਲਦਾ ਹੁੰਦਾ ਉਸ ਤੋਂ ਬਾਅਦ ਵਿੱਚ ਉਹ ਕੰਮ ਬੰਦ ਹੁੰਦਾ ਕਦੇ ਬਰਸਾਤ ਆਉਂਦੇ ਤੇ ਮੌਸਮ ਬਿਮਾਰ ਪੈ ਗਈ ਕਦੇ ਕਿਸੇ ਵੀ ਤਰ੍ਹਾਂ ਦੇ ਉਧਰ ਸਾਡਾ ਪਿਛੋਕੜ ਰਿਹਾ ਹੈ ਉਹਦੇ ਕਰਕੇ ਹੌਲੀ ਹੌਲੀ ਵੀ ਮੈਂ ਮਨ 'ਚ ਸੋਚਿਆ ਮੇਰੇ ਫਾਦਰ ਸਾਹਿਬ ਸੀਗੇ ਜਿਨ੍ਹਾਂ ਬਦੌਲਤ ਅਸੀਂ ਅੱਜ ਕੰਮ ਕਰਦੇ ਹਾਂ ਉਨੀ ਮੇਰੇ ਨਾਲ ਕੱਲ੍ਹ ਬੈਠੇ ਗੱਲ ਕਰਨਾ ਮੈਨੂੰ ਯਾਦ ਹੈ ਮੈਂ 7ਵੀਂ ਕਲਾਸ ਪੜ੍ਹਦਾ ਸੀਗਾ ਮੈਨੂੰ ਕਹਿੰਦੇ ਵੀ ਕਾਕਾ ਵੀ ਸਾਡੀ ਤਾਂ ਨਿਕਲ ਗਈ ਵੀ ਜਿੱਦਾਂ ਨਿਕਲਣੀ ਸੀ ਵੀ ਅਜਾ ਔਖੇ ਕਰਦੇ ਜਾਂ ਸੌਖੇ ਕਰਦੇ ਵੀ ਤੁਸੀਂ ਇਸ ਕਿੱਤੇ ਨੂੰ ਬਦਲੋ ਵੈਸੇ ਤਾਂ ਬੱਚੇ ਸੀਗੇ ਮੈਂ ਕਿਹਾ ਵੀ ਕਿੱਤੇ ਨੂੰ ਅਸੀਂ ਕੀ ਬਦਲ ਤੁਸੀਂ ਦੱਸਣਾ ਕਿੱਦਾਂ ਕਰਨਾ ਤੂੰ ਕਹਿੰਦੇ ਵੀ ਕੋਈ ਕੰਮ ਸਿੱਖਣ ਲੱਗ ਪਾ ਮੈਂ ਕਿਹਾ ਪੜ੍ਹਨਾ ਕਹਿੰਦੇ ਨਾ ਜਾਣੇ ਤੱਕ ਸਕੂਲੋਂ ਆ ਕੇ ਜਿੱਦਾਂ ਤੂੰ ਮੇਰੇ ਨਾਲ ਕੰਮ ਤੇ ਜਾਣਾ ਮੇਰੇ ਨਾਲ ਕੰਮ ਤੇ ਜਾਣਾ ਬੰਦ ਕਰ ਦੇ ਔਰ ਤੂੰ ਪੜ੍ਹਨਾ ਕੰਮ ਸਿੱਖਣਾ ਸ਼ੁਰੂ ਕਰ ਲਾ ਪਰ ਸਾਡੇ ਪਿੰਡ ਕਿਲਰ ਮਾਸਟਰ ਸੀਗਾ ਤੇ ਉਹਦੇ ਕੋਲ ਜਾ ਕੇ ਮੈਂ ਬਹਿ ਜਾਣਾ ਜਾ ਕੇ ਹੌਲੀ ਹੌਲੀ ਕਰਦਾ ਪਰ ਜਦ ਮੈਂ +2 ਕਰਕੇ ਹਟਿਆ ਮੈਂ ਇੰਨਾ ਕੁ ਹੋ ਗਿਆ ਸੀਗਾ ਵੀ ਮੈਂ ਤਕਰੀਬਨ 150 ਤੋਂ 200 ਰੁਪਇਆ ਰੋਜ਼ ਕਮਾ ਲੈਂਦਾ ਸੀ ਘਰ ਬੈਠਾ ਟੇਲਰਿੰਗ ਕਰਦਾ ਪਹਿਲਾਂ ਤਾਂ ਇਹੀ ਕੰਮ ਸਿੱਖਿਆ ਔਰ ਬਹੁਤ ਮਿਹਨਤ ਕਸ਼ ਭਰਿਆ ਪਿਛੋਕੜ ਰਿਹਾ ਸਾਡਾ ਅੱਜ ਤੱਕ ਹੁਣ ਵੀ ਮਿਹਨਤ ਕਰਦੇ ਹਾਂ ਹੁਣ ਮੈਂ ਨਵਾਂ ਸ਼ਹਿਰ ਅਸੀਂ ਆਪਣਾ ਕੰਮ ਕਰਦਾ ਬਹੁਤ ਵਧੀਆ ਤੇ ਸਰ ਤੁਹਾਨੂੰ ਲਿਖਣ ਦਾ ਸ਼ੌਂਕ ਕਿਵੇਂ ਪਿਆ ਲਿਖਣ ਦਾ ਜਿੱਥੇ ਤੱਕ ਤੁਹਾਡਾ ਸ਼ੌਂਕ ਆ ਤੁਸੀਂ ਗੱਲ ਕਰਦੇ ਆ ਲਿਖਣ ਦਾ ਸ਼ੌਂਕ ਇਹਨੂੰ ਮੈਂ ਸ਼ੌਂਕ ਨਹੀਂ ਕਹਿ ਸਕਦਾ ਕਿਉਂਕਿ ਸ਼ੌਂਕ ਉਹ ਹੁੰਦਾ ਜਿਹਨੂੰ ਬੰਦਾ ਕਿਸੇ ਵੇਲੇ ਬਣਾ ਕੇ ਛੱਡ ਸਕਦਾ ਹੈ ਹਾਂਜੀ ਸ਼ੌਂਕ ਹੋ ਕੇ ਇਸ ਚੀਜ਼ ਨੂੰ ਤੁਸੀਂ ਖਰੀਦ ਲਿਆ ਵੀ ਉਹ ਚੀਜ਼ ਖਰੀਦਣ ਦਾ ਸ਼ੌਂਕ ਆ ਲੈ ਕੇ ਤੁਸੀਂ ਛੱਡਤੀ ਖਰੀਦ ਕੇ ਸ਼ੌਂਕ ਨਹੀਂ ਹੈਗਾ ਇਹ ਜਿਹੜਾ ਮੇਰਾ ਲਿਖਣ ਦਾ ਜੋ ਵੀ ਜਜ਼ਬਾਤ ਆ ਉਹ ਉਸ ਫੀਲਡ ਵਿੱਚੋਂ ਨਿਕਲਿਆ ਜਿਸ ਫੀਲਡ 'ਚ ਮੈਂ ਗੁਜ਼ਰਿਆ ਮਤਲਬ ਮੈਂ ਉਸ ਕੰਮ 'ਚੋਂ ਗੁਜ਼ਰਿਆ ਜਾਂ ਮੇਰੀ ਰਹਿਣੀ ਸਹਿਣੀ ਉਸ ਲੇਬਰ ਕਲਾਸ ਵਿੱਚ ਰਹੀ ਆ ਜਿਹੜੇ ਕਿਉਂਕਿ ਜਿਹਨਾਂ 'ਚ ਬਚਪਨ ਤੋਂ ਰਹੇ ਆ ਉਹਨਾਂ ਕਰਕੇ ਉਹਨਾਂ ਦੇ ਜੋ ਦੁੱਖ ਸੀਗੇ ਜਾਂ ਉਹਨਾਂ ਦੀ ਕੋਈ ਸਮੱਸਿਆ ਆ ਜਾਂ ਮੇਰੀ ਵੀ ਆਪਣੀ ਸਾਈਡ ਸੇਮ ਸਮੱਸਿਆ ਕੋਈ ਕਿਉਂਕਿ ਜੇ ਸਮਾਜ ਵਿੱਚ ਰਹਿੰਦੇ ਆ ਉਹ 'ਚ ਕਲਾਸਾਂ ਬਣ ਰਹੀਆਂ ਇੱਕ ਕਲਾਸ ਲੇਬਰ ਦੀ ਥੋੜੀ ਤੋਂ ਮਿਡਲ ਦੀ ਥੋੜੀ ਤੋਂ ਮਿਡਲ ਦੀ ਆ ਔਰ ਲਾਸਟ ਵਿੱਚ ਇੱਕ ਭਖਾਰੀਆਂ ਦੇ ਜਾਂਦੀ ਹੈ ਉਹ ਬੰਦਾ ਜਿਹੋ ਜਿਹੀ ਕਲਾਸ ਵਿੱਚ ਰਹਿੰਦਾ ਹੈ ਉਹਨੂੰ ਉਹੋ ਜਿਹਾ ਦਾ ਪਤਾ ਹੁੰਦਾ ਵੀ ਉੱਥੇ ਕੀ ਬਚ ਰਿਹਾ ਕੀ ਵਾਪਰ ਰਿਹਾ ਔਰ ਉਹਦੇ ਮੁਤਾਬਕ ਫਿਰ ਥੋੜਾ ਮੈਂ ਇੱਦਾਂ ਪੜ੍ਹਿਆ ਸੀਗਾ ਹੌਲੀ ਪੜ੍ਹਨ ਦਾ ਪੜ੍ਹਨਾ ਸ਼ੁਰੂ ਕੀਤਾ ਜਿਹਨਾਂ ਵਿੱਚ ਸਭ ਤੋਂ ਪਹਿਲਾਂ ਅਵਤਾਰ ਸਿੰਘ ਪਾਸ਼ ਤੇ ਸੰਤ ਰਾਮਦਾਸ ਜੀ ਲਾਲ ਸਿੰਘ ਦਿਲ ਜੀ ਤਾਂ ਹੋਰ ਵੀ ਜਿੰਨਾ ਮੈਨੂੰ ਲਿਟਰੇਚਰ ਮਿਲਿਆ ਸ਼ਿਵ ਕੌਰ ਬਟਾਲਵੀ ਤੇ ਸੁਰਜੀਤ ਪਾਤਰ ਜੀ ਜੋ ਵੀ ਲਿਟਰੇਚਰ ਮੈਨੂੰ ਮਿਲਿਆ ਮੈਂ ਉਹਨੂੰ ਪੜ੍ਹਨਾ ਹੌਲੀ ਸ਼ੁਰੂ ਕੀਤਾ ਪੜ੍ਹ ਕੇ ਹੌਲੀ ਵੀ ਇਹ ਹੋਇਆ ਵੀ ਅਸੀਂ ਵੀ 2-4 ਅੱਖਰ ਪਾਣੀ ਸ਼ੁਰੂ ਕਰ ਲਏ ਉਹਦੇ ਬਾਅਦ ਜੇ ਕੁਛ ਮੈਂ 1-2 ਨਜ਼ਮਾਂ ਲਿਖੀਆਂ ਲਿਖ ਕੇ ਮੈਂ ਸਾਡੇ ਨਮਸ਼ਾ ਡਾਕਟਰ ਬਦਨ ਜੀ ਉਹਨਾਂ ਨੂੰ ਮੈਂ ਦਿਖਾਇਆ ਮੈਂ ਕਿਹਾ ਸਰ ਮੈਂ ਵੀ ਤਰੀਕੇ ਤੇ ਲਿਖ ਲਵਾਂ ਉਹਨੇ ਮੈਨੂੰ ਬਹੁਤ ਹਲਾਸ਼ੀ ਦਿੱਤੀ ਕਹਿੰਦੇ ਵੀ ਤੁਸੀਂ ਤਾਂ ਲਿਖਦਾ ਵੀ ਇਸ ਚੀਜ਼ ਨੂੰ ਜਾਰੀਦਾ ਹੌਲੀ ਕਰਦੇ ਇਸ ਮੁਤਾਬਕ ਤੇ ਕਦੋਂ ਲਿਖਣਾ ਸ਼ੁਰੂ ਕੀਤਾ ਸਰ ਤੁਸੀਂ ਕਿਸ ਸਾਲ ਦੇ ਵਿੱਚ ਕਿੰਨੇ ਸਾਲ ਹੋ ਗਏ ਤੁਹਾਨੂੰ ਲਿਖਦਿਆਂ ਐਕਚੁਅਲੀ ਮੈਨੂੰ ਪੂਰੀ ਤਰ੍ਹਾਂ ਯਾਦ ਤਾਂ ਨਹੀਂ ਹੈ ਮੈਂ ਕਦੋਂ ਸ਼ੁਰੂ ਕੀਤਾ ਪਰ ਇਹ ਆ ਵੀ ਮੈਂ ਲਗਭਗ ਸਕੂਲ ਪੜ੍ਹਦੇ ਵੇਲੇ ਮੈਂ ਕੁਝ ਕਵਿਤਾਵਾਂ ਲਿਖੀਆਂ +12 +2 ਚ ਮੈਟ੍ਰਿਕ ਵਿੱਚ ਕਦੇ ਕੁਛ ਨਹੀਂ ਲਿਖਿਆ ਸੀ ਉਹਨਾਂ ਵੇਲੇ ਚ ਬਹੁਤ ਹਲਕੀ ਜਿਹੀ ਕਵਿਤਾਵਾਂ ਲਿਖੀਆਂ ਪਰ ਉਹਨਾਂ ਵੇਲੇ ਲਿਖਣ ਦਾ ਟੱਚ ਵੀ ਮੇਰੇ ਹੀ ਰਿਹਾ ਰਮਾਸਪਤੀ ਮੇਰੇ ਤੇ ਬਹੁਤ ਘੱਟ ਲਿਖ ਹੋਇਆ ਜੇ ਮੇਰੇ ਤੇ ਲਿਖ ਹੋਇਆ ਆਪਣੇ ਆਪ ਕੋਲ ਪ੍ਰਤੀਲੇਖ ਹੋਇਆ ਜਾਂ ਕਿਸੇ ਦਾ ਉੱਪਰ ਲੈ ਕੇ ਲਿਖਤਾ ਉਹਦੇ ਮੁਤਾਬਕ ਹੁਣ ਤੱਕ ਮੈਂ ਲਿਖਦਾ
ਠੀਕ ਹੈ ਸਰ ਤੇ ਜਿੱਦਾਂ ਹਨਾ ਤੁਹਾਨੂੰ ਲੱਗਾ ਕਿ ਤੁਸੀਂ ਲਿਖ ਲੈਂਦੇ ਆ, ਤੁਸੀਂ ਆਪਣੀ ਪਹਿਲੀ ਰਚਨਾ ਕੀ ਲਿਖੀ? ਪਹਿਲੀ ਰਚਨਾ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਵੀ ਮੈਂ ਵੀ ਮਿਹਨਤਕਸ਼ ਲੋਕਾਂ ਚੋਂ ਗੁਜ਼ਰਿਆ ਹਾਂ। ਮੇਰੀ ਪਹਿਲੀ ਰਚਨਾ ਸੀਗੀ ਉਸੇ ਸੁਪਨੇ ਕੌਤਕ ਸੁਪਨਾ। ਉਸੇ ਸੁਪਨੇ ਉਹ ਨਹੀਂ ਹੁੰਦੇ ਜੋ ਭੁੱਖ ਵੇਖਦੀ ਹੈ, ਸੁਪਨੇ ਉਹ ਨਹੀਂ ਹੁੰਦੇ ਜੋ ਭੁੱਖ ਵੇਖਦੀ ਹੈ, ਰੋਟੀ ਦਾ ਸੁਪਨਾ ਉਹ ਵੀ ਨਹੀਂ ਜਦੋਂ ਮਜ਼ਦੂਰ ਆਪਣੀਆਂ ਪਾਟੀਆਂ ਬਈਆਂ 9 ਪਾਸ਼ਨਾ ਭਰਦਾ ਸਲਫਾਸ ਵੇਖਦਾ ਹੈ। ਉਹ ਸੁਪਨੇ ਨਹੀਂ ਹੁੰਦੇ, ਅੰਤ ਹੁੰਦਾ ਹੈ ਸਿਸਟਮ ਦੀ ਅੱਤ ਦਾ ਤੇ ਮੌਕਾ ਹੁੰਦਾ ਹੈ ਲੜਨ ਦਾ ਜਾਂ ਮਰਨ ਦਾ। ਮੈਂ ਤਕਰੀਬਨ ਰਚਨਾਵਾਂ ਵਿੱਚੋਂ ਆਪਣੀ ਪਹਿਲੀ ਰਚਨਾ ਇਹਨੂੰ ਗਿਣਦਾ ਤਕਰੀਬਨ। ਤੇ ਸਰ ਇਹਨੂੰ ਕਿੰਨੇ ਵਿਊਅਰਸ ਆ ਚੁੱਕੇ ਹੋਣੇ ਆ, ਕਿੰਨੇ ਲੋਕਾਂ ਨੇ ਪਸੰਦ ਕੀਤਾ? ਦੇਖੋ ਬਹੁਤ ਸੰਗਤਾਂ ਮਿੱਤਰ ਨੇ ਪਸੰਦ ਕੀਤਾ, ਜਾਂ ਕਿਸੇ ਕੰਮ ਮਹਿਫਲ ਵਿੱਚ ਗਿਆ ਉੱਥੇ ਵੀ ਪਸੰਦ ਕੀਤਾ ਗਿਆ ਹੈ, ਜਾਂ ਜਿਸ ਤਰ੍ਹਾਂ ਕਿ ਯੁੱਗ ਚੱਲਦਾ ਅੱਜ ਕੱਲ੍ਹ ਫੇਸਬੁੱਕ ਦੇਖ ਉੱਤੇ ਵੀ ਆ ਬਹੁਤ ਵਿਊ ਮੈਨੂੰ ਇਸ ਚੀਜ਼ ਦੇ ਹੈਗੇ ਆ। ਤੇ ਲਗਭਗ ਜਿਹੜਾ ਬੰਦਾ ਜਿਸ ਬੌਧਿਕ ਪੱਧਰ ਦਾ ਹੈਗਾ ਉਸ ਚੀਜ਼ ਨੂੰ ਸਮਝਦਾ ਆ ਉਹ ਸਮਝਦਾ ਆ। ਹੁਣ ਜਿਨ੍ਹਾਂ ਨੂੰ ਸਾਹਿਤ ਉਹ ਚੰਗਾ ਲੱਗਦਾ ਉਹ ਸ਼ੇਰੋ ਸ਼ਾਇਰੀ ਵਾਲਾ ਕੁੜੀਆਂ ਮੁੰਡਿਆਂ ਵਾਲਾ ਪਰ ਉਹ ਵੀ ਹੋਵੇ ਪਰ ਕਿਸੇ ਪੱਧਰ ਦਾ ਹੋਵੇ। ਹੁਣ ਜੇ ਪੱਧਰ ਤੋਂ ਥੱਲੇ ਆਇਆ ਫਿਰ ਉਹ ਮੈਨੂੰ ਵੀ ਆਪਣੇ ਆਪ ਨੂੰ ਵੀ ਚੰਗਾ ਲੱਗਦਾ, ਠੀਕ ਨਹੀਂ? ਉਸ ਕਰਕੇ ਜਿਹੜੇ ਬੰਦੇ ਨੂੰ ਇਸ ਪੱਧਰ ਦਾ ਪਤਾ ਲੱਗਦਾ ਆ ਤੇ ਉਹਨੂੰ ਉਹ ਸਮਝਦਾ, ਉਸ ਗੱਲ ਨੂੰ ਪਸੰਦ ਕਰਦਾ। ਤੇ ਸਰ ਜਿੱਦਾਂ ਕਵਿਤਾਵਾਂ ਲਿਖੀਆਂ ਨੇ ਇਹਨਾਂ ਤੋਂ ਇਲਾਵਾ ਕੋਈ ਨਾਵਲ, ਆਰਟੀਕਲ, ਗਜ਼ਲ? ਹਾਂ ਮੈਂ ਗਜ਼ਲ ਲਿਖਦਾ, ਬਹੁਤ ਘੱਟ ਲਿਖਦਾ ਪਰ ਮੈਨੂੰ ਇਸ ਵੇਲੇ ਯਾਦ ਨਹੀਂ, ਮੈਂ ਲਿਖਣੀ ਆ ਬੁੱਕ ਵਿੱਚ। ਤੇ ਨਾਵਲ ਮੇਰਾ ਇੱਕ ਲਗਭਗ ਤਿਆਰ ਆ, ਲਿਖਿਆ ਮੇਰੇ ਕੋਲ ਸਾਰਾ ਲਿਖਿਆ ਪਿਆ। ਮੈਂ ਮੇਰੇ 6 ਮਹੀਨਿਆਂ ਦੌਰਾਨ ਉਹਨੂੰ ਮੈਂ ਸੋਚ ਰਿਹਾ ਸੀ ਵੀ ਆਪਣੀ ਕਵਿਤਾ ਦੀ ਕਿਤਾਬ ਤੋਂ ਪਹਿਲਾਂ ਮੈਂ ਨਾਵਲ ਨੂੰ ਤਿਆਰ ਕਰਾਂ। ਤੇ ਸਰ ਮੈਂ ਤੁਹਾਨੂੰ ਪੁੱਛ ਸਕਦੀ ਹਾਂ ਕਿ ਉਹ ਨਾਵਲ ਦੇ ਵਿੱਚ ਤੁਸੀਂ ਕੀ ਲਿਖਿਆ? ਕੀ ਉਹ ਨਾਵਲ ਦੀ ਸਟੋਰੀ ਇੱਕ ਮਿਹਨਤਕਸ਼ ਲੇਡੀ ਦੀ ਸਟੋਰੀ ਆ, ਪਰ ਇੱਕ ਇਹੋ ਜਿਹੇ ਪਰਿਵਾਰ ਨਾਲ ਸੰਬੰਧ ਰੱਖਦੀ ਆ। ਉਹ ਲੜਕੀ ਆ ਕਿ ਉਹ ਇੱਕ ਟਾਈਮ ਹੁੰਦਾ ਵੀ ਉਹ ਲੜਕੀ ਸੋਚਦੀ ਮੈਂ ਜਿੱਥੋਂ ਸ਼ੁਰੂ ਹੁੰਦਾ ਹੈ ਵੀ ਉਹ ਸੋਚਦੀ ਮੈਂ ਵੀ ਕੁਛ ਖਾ ਕੇ ਮਰ ਜਾਣਾ। ਉਹਦੇ ਪਿੱਛੇ ਕਾਰਨ ਹੁੰਦੇ ਆ ਜੋ ਸਾਡੇ ਸਮਾਜ ਵਿੱਚ ਜੋ ਕ੍ਰਿਤੀਆਂ ਚੱਲ ਰਹੀਆਂ ਆ। ਉਹਦੇ ਪਿੱਛੇ ਕਾਰਨ ਇਹ ਹੁੰਦਾ ਵੀ ਜਿਸ ਘਰ ਵਿੱਚ ਉਹ ਵਿਆਹੀ ਹੁੰਦੀ ਆ ਉਸ ਘਰ ਵਿੱਚ ਉਹਦਾ ਜਿਹੜਾ ਹਸਬੈਂਡ ਹੁੰਦਾ ਹੈ ਉਹਨਾਂ ਦੇ ਘਰ ਦਾ ਇਕੱਲਾ ਇੱਕੋ ਬੇਟਾ ਹੁੰਦਾ ਹੈ ਔਰ ਉਸ ਲੜਕੀ ਦੇ 2 ਬੇਟੀਆਂ ਹੁੰਦੀਆਂ। ਉਹ ਜਾਂ ਤਾਂ ਉਹਨੂੰ ਪਹਿਲਾਂ ਵੀ ਇਸ ਗੱਲ ਨੂੰ ਮਜਬੂਰ ਕਰਦੇ ਸੀ ਵੀ ਤੂੰ ਇਹ ਬੱਚੇ ਨੂੰ ਗਰਾ ਦੇ ਪਰ ਉਹ ਨਹੀਂ ਮੰਨੀ। ਉਹਨੇ ਬਹੁਤ ਸਦਕਣਾ ਵੀ ਉਹਨਾਂ ਬੱਚਿਆਂ ਨੂੰ ਫਿਰ ਵੀ ਜਨਮ ਦਿੱਤਾ। ਔਰ ਜਦੋਂ ਕਿ ਪਹਿਲਾਂ ਇੱਕ ਬੇਟੀ ਹੋਣ ਤੋਂ ਬਾਅਦ ਦੂਸਰੀ ਬੇਟੀ ਹੁੰਦੀ ਹੈ ਤਾਂ ਉਸ ਪਰਿਵਾਰ ਵਿੱਚ ਉਹਨੂੰ ਕੱਢ ਦਿੱਤਾ ਜਾਂਦਾ ਹੈ ਵੀ ਜਾਂ ਤਾਂ ਤੂੰ ਸਾਡਾ ਮੁੰਡਾ ਛੱਡ ਦੇ, ਸਾਡੇ ਮੁੰਡੇ ਨੂੰ ਤਲਾਕ ਦੇ ਦੇ, ਅਸੀਂ ਤੁਹਾਨੂੰ ਰੱਖਣਾ ਹੈਗਾ ਵੀ ਅਸੀਂ ਆਪਣੀ ਵੰਸ਼ ਅੱਗੇ ਚਲਾਉਣੀ ਹੈ, ਅਸੀਂ ਆਪਣਾ ਪਰਿਵਾਰ ਅੱਗੇ ਚਲਾਉਣਾ ਹੈ। ਇਸ ਕਰਕੇ ਉਹਦਾ ਮੁੰਡਾ ਹੁੰਦਾ ਹੈ ਉਹ ਥੋੜਾ ਨਸ਼ਾ ਕਰਦਾ ਹੁੰਦਾ ਆ, ਇਸ ਕਰਕੇ ਉਹਦਾ ਜ਼ਰੂਰੀ ਸੀਗਾ ਵੀ ਉਹਨੂੰ ਘਰੋਂ ਪੈਸੇ ਮਿਲਦੇ ਸੀ, ਆਪ ਉਹ ਬਹੁਤਾ ਕੰਮ ਨਹੀਂ ਕਰਦਾ ਹੁੰਦਾ ਜਿੱਥੇ ਹੁੰਦਾ। ਤੇ ਉਹ ਜਿਹੜਾ ਪਰਿਵਾਰ ਆ ਉਹ ਪਰਿਵਾਰ ਜਿਹੜਾ ਉਹਦਾ ਸਹੁਰਾ ਪਰਿਵਾਰ ਆ ਉਹਦੀ ਅਹਿਮੀਅਤ ਜ਼ਿਆਦਾ ਉਹਦੇ ਆਪਣੇ ਬੱਚੇ ਨੂੰ ਦਿੰਦੇ ਹੁੰਦੇ ਆ। ਉਹਦੇ ਜਿਹੜੇ ਬੱਚੇ ਕੁੜੀਆਂ ਹੁੰਦੀਆਂ ਉਹਨਾਂ ਨੂੰ ਇੱਕ ਅਲੱਗ ਸਮਝਦੇ ਹੁੰਦੇ ਆ ਵੀ ਸਾਡਾ ਪਰਿਵਾਰ ਨਹੀਂ ਹੈਗਾ। ਉਹ ਉੱਥੋਂ ਰੁੱਸ ਕੇ ਵੀ ਕਹਿ ਲਓ ਜਾਂ ਤੁਸੀਂ ਇਹ ਕਹਿ ਲਓ ਵੀ ਉਹ ਕੁੱਟਦੇ ਆ ਜਾਂ ਮਾਰਦੇ ਆ ਤਾਂ ਤੰਗ ਹੋ ਕੇ ਆਪਣੇ ਪੇਕੇ ਆ ਜਾਂਦੇ ਆ। ਜਦੋਂ ਆਪਣੇ ਪੇਕੇ ਆ ਜਾਂਦੀ ਆ ਉਹਦਾ ਫਾਦਰ ਹੁੰਦਾ ਹੈ ਜਿਹੜਾ ਉਹ ਫੌਜ ਵਿੱਚ ਫੌਜੀ ਹੁੰਦਾ ਹੈ, ਔਰ ਉਹਦਾ ਬ੍ਰਦਰ ਹੁੰਦਾ ਜਿਹੜਾ ਇੱਕ ਉਹ ਪੜ੍ਹਦਾ ਹੁੰਦਾ ਹੈ ਔਰ ਪੜ੍ਹਦਾ ਹੁੰਦਾ ਪਲੱਸ ਉਹ ਬੰਦਾ ਥੋੜੀ ਇਨਕਲਾਬੀ ਸੋਚ ਦਾ ਬੰਦਾ ਹੁੰਦਾ। ਉਹ ਕੁਛ ਇਨਕਲਾਬੀ ਨਾਲ ਰਲ ਜਾਂਦਾ ਜਾਂ ਤਾਂ ਜਿਹੜਾ ਉਹਦਾ ਫਾਦਰ ਹੁੰਦਾ ਆ ਤੇ ਫਾਦਰ ਨੂੰ ਫੌਜੀ ਹੁੰਦਾ ਉਹ ਜਿੱਥੇ ਇਨਕਲਾਬੀ ਲੜਦੇ ਹੁੰਦੇ ਜਾ ਕੇ ਜਾਂ ਉਹ ਤੁਸੀਂ ਅੱਜ ਕੱਲ੍ਹ ਜਿਹੜਾ ਮਾਇਆਵਾਦੀ ਲਹਿਰ ਆ ਜਿਹਨੂੰ ਗੱਲ ਵੀ ਉਸ ਬੇਸ ਨਾਲ ਲੜਦਾ ਹੁੰਦਾ ਹੈ ਔਰ ਉਹਦੇ ਫਾਦਰ ਡਿਊਟੀ ਲੱਗ ਜਾਂਦੀ ਉੱਥੇ ਵੀ ਉਹ ਬੰਦੇ ਸਾਰੇ ਮਾਰਨੇ ਆ ਜਾਂ ਉੱਥੋਂ ਆਪਣਾ ਮਾਮਲਾ ਫਤਿਹ ਕਰਨਾ ਹੈ। ਹੁਣ ਜਦੋਂ ਫਾਦਰ ਡਿਊਟੀ ਲੱਗਦੀ ਆ ਉੱਥੇ ਜਿੰਨੇ ਕੁ ਲੋਕਾਂ ਨੂੰ ਮਾਰਦੇ ਹਰੇਕ ਨੂੰ ਪਛਾਣ ਕੇ ਦੇਖਦਾ ਹੁੰਦਾ ਵੀ ਕਿਤੇ ਮੇਰਾ ਮੁੰਡਾ ਦੇ ਵੀ ਕਿਤੇ ਮੇਰਾ ਮੁੰਡਾ ਦੇ। ਉਹਦੇ ਵਿੱਚ ਇੱਕ ਸਭ ਤੋਂ ਵੱਡਾ ਮੇਨ ਪੁਆਇੰਟ ਇਹ ਆ ਕਿ ਜਿਹੜੀ ਲੜਕੀ ਹੁੰਦੀ ਆ ਉਹ ਇਸ ਗੱਲ ਨੂੰ ਹੁੰਦੀ ਆ ਵੀ ਮੈਂ ਸਟੈਂਡ ਕਰਦਾ ਹੁਣ। ਫਿਰ ਜਿਹੜਾ ਉਹਦਾ ਬ੍ਰਦਰ ਹੁੰਦਾ ਉਹ ਕਿਤੇ ਲੁਕਦਾ ਛਿਪਦਾ ਕਿਤੇ ਉਧਰੋਂ ਨਿਕਲ ਕੇ ਵੀ ਉਹ ਕਿਸੇ ਦੂਸਰੇ ਸ਼ਹਿਰ ਵਿੱਚ ਜਾਂਦਾ ਆ ਵੀ ਕੁਛ ਰਾਸ਼ਨ ਲੈਣ ਜਾਂਦਾ ਕੁਛ ਲੈਣ ਜਾਂਦਾ ਉੱਥੋਂ ਨੂੰ ਆਪਣਾ ਇੱਕ ਮਿੱਤਰ ਟੱਕਰ ਜਾਂਦਾ ਪੁਰਾਣਾ। ਉਹਨੂੰ ਪੁੱਛਦਾ ਕਿੱਦਾਂ ਤੂੰ ਕਹਿੰਦਾ ਵੀ ਇੱਦਾਂ ਕਰਕੇ ਇੱਦਾਂ ਵੀ ਮੈਂ ਇੱਦਾਂ ਕਰਕੇ ਮੈਂ ਥੋੜਾ ਸਮਾਨ ਲੈਣ ਇੱਧਰੋਂ ਆਇਆ ਸੀਗਾ ਸਾਨੂੰ ਉੱਥੇ ਚੀਜ਼ਾਂ ਲੋੜ ਸੀ। ਤੇ ਉਹ ਪੁੱਛਦਾ ਬਾਕੀ ਪਰਿਵਾਰ ਬਾਰੇ ਪੁੱਛਦਾ ਉਹ ਕਹਿੰਦਾ ਵੀ ਪਰਿਵਾਰ ਵੀ ਸਾਡੇ ਘਰ ਤੇ ਜਿਵੇਂ ਘਟਨਾ ਘਟੀ ਹੋ ਵੀ ਭੈਣ ਇੱਦਾਂ ਬੈਠੀ ਆ ਵੀ ਮੈਂ ਇੱਦਾਂ ਵੀ ਮੈਨੂੰ ਜਿੱਥੇ ਤੱਕ ਪਤਾ ਲੱਗਾ ਤੇ ਉਹਨੂੰ ਕਹਿੰਦਾ ਵੀ ਭੈਣ ਕੀ ਕਰਦੀ ਕਹਿੰਦਾ ਪਰਿਵਾਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲਦਾ। ਉਹ ਜਿਹੜਾ ਪੂਰੇ ਬੰਦਾ ਹੁੰਦਾ ਉਹ ਟੇਲਰ ਕਿਤੇ ਨਾਲ ਸੰਬੰਧ ਹੁੰਦਾ ਜਿਹੜਾ ਮੈਂ ਪਾਤਰ ਬਣਾਇਆ ਵਿੱਚ। ਉਹ ਕਹਿੰਦਾ ਵੀ ਜੇ ਜਿੱਦਾਂ ਤਾਂ ਤੂੰ ਭੈਣ ਨੂੰ ਮੇਰੇ ਕੋਲ ਭੇਜ ਦੇ ਮੈਨੂੰ ਕੰਮ ਸਿਖਾ ਦਾਂ। ਉਹ ਫਿਰ ਕੁੜੀ ਉਸ ਪਾਤਰ ਕੋਲ ਆਉਂਦੀ ਹੈ ਜਿਹੜਾ ਮਤਲਬ ਉਹਦਾ ਮਾਸਟਰ ਹੁੰਦਾ ਹੈ ਜਿਹੜਾ ਬੰਦਾ ਟੱਕਰ ਉਹਦਾ ਮਿੱਤਰ ਹੁੰਦਾ ਉਹਦੇ ਕੋਲ ਕੰਮ ਸਿੱਖਦੀ ਆ। ਕੰਮ ਸਿੱਖ ਕੇ ਆਪਣਾ ਕੰਮ ਸਟੈਂਡ ਕਰਦੀ ਹੌਲੀ ਹੌਲੀ ਔਰ ਕਾਫੀ ਕੁਛ ਉਹਨਾਂ ਘਟਨਾਵਾਂ ਵਾਪਰਦੀਆਂ ਜ਼ਿੰਦਗੀ ਦੀਆਂ, ਠੀਕ ਹੈ ਨਾ। ਉਹਦੇ ਬੱਚੇ ਨਾਲ ਵਾਪਰਦੀਆਂ ਫਿਰ ਆਖਰਕਾਰ ਉਹਦਾ ਇੱਕ ਇਹੋ ਜਿਹਾ ਟਾਈਮ ਆ ਜਾਂਦਾ ਕਿ ਉਹ ਕੰਮ ਵਿੱਚ ਸਕਸੈਸ ਹੋ ਜਾਂਦੀ ਹੈ। ਪਰ ਜਿੱਥੇ ਸਕਸੈਸ ਹੁੰਦੀ ਉੱਥੇ ਪ੍ਰੋਬਲਮ ਹੋਰ ਵੀ ਹੁੰਦੀ ਹੈ।
ਉੱਥੇ ਕੋਈ ਛੋਟੀ ਭੈਣ ਹੁੰਦੀ ਆ ਜਿਹਨੂੰ ਉਹ ਵਿਆਹ ਦਿੰਦੀ ਆ, ਉਹ ਜਿਹਨੂੰ ਛੋਟੀ ਭੈਣ ਨੂੰ ਵਿਆਹਦੀ ਆ ਉਹ ਇੰਟਰਕਾਸਟ ਵਿੱਚ ਵਿਆਹ ਕਰਾਉਂਦੀ ਆ। ਉਹ ਕੁੜੀ ਚਾਹੁੰਦੀ ਸੀ ਮੈਂ ਆਪਣੀ ਮਰਜ਼ੀ ਨਾਲ ਆਪਣਾ ਇੰਟਰਕਾਸਟ ਵੀ ਕਰਾ ਦਿੰਦੀ ਆ, ਜਿੱਥੇ ਉਹ ਵਿਆਹ ਕਰਾਉਂਦੀ ਇਹਨਾਂ ਦਾ ਪਰਿਵਾਰ ਗਰੀਬ ਪਰਿਵਾਰ ਹੁੰਦਾ ਆ, ਉਹਨਾਂ ਉੱਚੇ ਲੈਵਲ ਦਾ ਪਰਿਵਾਰ ਹੁੰਦਾ, ਉਹ ਚੀਜ਼ਾਂ ਨੂੰ ਸਮਝਦੇ ਨਹੀਂ ਹੈਗੇ ਵੀ ਤਾਕਤਾਂ ਕਰ ਲਾ ਪੈਂਦੇ ਕੁੜੀ ਨੂੰ। ਉਹ ਜਿਹੜਾ ਕੁੜੀ ਦਾ ਹਸਬੈਂਡ ਹੁੰਦਾ ਆ ਉਹ ਸੋਚਦਾ ਵੀ ਮੈਂ ਇਹਨੂੰ ਲਿਆ ਕੇ ਤਾਂ ਕੀਤਾ ਵੀ ਇਹਨੂੰ ਕੁਛ ਨਾ ਹੋਵੇ, ਵੀ ਜੇ ਮੈਂ ਮਰ ਜਾਵਾਂ ਤਾਂ ਇਹ ਵਾਪਸ ਉੱਥੇ ਚੱਲ ਜਾਊਗੀ, ਵੀ ਜੇ ਇੱਥੇ ਰਹਿ ਕੇ ਨਹੀਂ ਮਾਰ ਦੇਣੀ ਆ। ਉਹ ਚੀਜ਼ ਨੂੰ ਗਾਈਡ ਨਹੀਂ ਕਰ ਸਕਿਆ ਜਾਂ ਪਹਿਚਾਣ ਨਹੀਂ ਸਕਿਆ, ਉਹ ਮਤਲਬ ਮੁੱਕ ਜਾਂਦਾ। ਉਹ ਜਦੋਂ ਮੁੱਕ ਜਾਂਦਾ ਕੁੜੀ ਫਿਰ ਤੇ ਘਰ ਆ ਕੇ ਬੈਠ ਜਾਂਦੀ ਆ। ਮਤਲਬ ਇਦਾਂ ਦੀ ਕਾਫੀ ਘਟਨਾਵਾਂ ਵਾਪਰਦੀਆਂ ਉਹਦੇ ਨਾਲ। ਤੇ ਸਰ ਤੁਸੀਂ ਜਦੋਂ ਆ ਸਟੋਰੀ ਲਿਖੀ ਆ ਤੁਹਾਨੂੰ ਕੀ ਲੱਗਾ ਕਿ ਤੁਸੀਂ ਕਿਉਂ ਕੀ ਸੋਚ ਕੇ ਇਹ ਸਟੋਰੀ ਲਿਖੀ ਆ? ਦੇਖੋ ਜੀ, ਕੋਈ ਘਟਨਾ ਇਦਾਂ ਦੀ ਵਾਪਰੀ ਕੁਛ ਸਟੋਰੀ ਇੱਕ ਤਾਂ ਸਟੋਰੀ ਹੁੰਦੀ ਇੱਕ ਮਿੱਥ ਕੇ ਲਿਖਦਾ ਬੰਦਾ, ਸੋਚ ਕੇ ਉਹਨੂੰ ਸੋਚ ਕੇ ਲਿਖਦਾ ਹੈ। ਜਿਹੜੀ ਇਹ ਸਟੋਰੀ ਆ, ਇਹ ਸਟੋਰੀ ਮੇਰੇ ਮੁਤਾਬਕ ਮੈਨੂੰ ਲੱਗਦਾ ਵੀ ਉਹਨੂੰ ਸੋਚਣੀ ਨਹੀਂ ਪਈ, ਕਿਉਂਕਿ ਸਾਡੇ ਸਮਾਜ ਵਿੱਚ ਆਮ ਵਾਪਰਦੀਆਂ ਘਟਨਾਵਾਂ ਹੈ। ਸਿਰਫ ਕੀ ਆ ਪਾਤਰ ਇਕੱਠੇ ਹੋਏ ਆ, ਇੱਕ ਪਾਤਰ ਉਸ ਘਰ ਦਾ ਲੈ ਲਿਆ, ਇੱਕ ਪਾਤਰ ਉਸ ਘਰ ਦਾ, ਇੱਕ ਪਾਤਰ ਉਸ ਘਰ ਦਾ ਲੈ ਲਿਆ, ਉਹਦੇ ਆਧਾਰ ਤੇ ਸਿਰਫ ਸਾਰੀ ਸਟੋਰੀ ਲਿਖਿਆ। ਠੀਕ ਹੈ ਜੀ। ਤੇ ਸਰ ਕੋਈ ਹੋਰ ਰਚਨਾ ਸਾਡੀ ਜਿਹੜੀ ਜਿਹਨੂੰ ਲੋਕਾਂ ਨੇ ਬਹੁਤ ਹੀ ਪਸੰਦ ਕੀਤਾ ਹੋਏ ਕਵਿਤਾ ਤੁਹਾਡੀ ਸਾਡੇ ਦਰਸ਼ਕਾਂ ਦੇ ਰੂਪ ਵਿੱਚ? ਰਚਨਾ ਤਾਂ ਭੈਣ ਜੀ ਬਹੁਤ ਆ ਜਿਹਨਾਂ ਨੂੰ ਤਕਰੀਬਨ ਹਰ ਇੱਕ ਵਰਗ ਪਸੰਦ ਕਰਦਾ ਹੈ, ਔਰ ਮੈਨੂੰ ਲਗਭਗ ਮੈਂ ਇੰਟਰਨੈਟ ਤੇ ਕਾਫੀ ਮੈਗਜ਼ੀਨਾਂ ਵਿੱਚ ਛਪ ਚੁੱਕਿਆ ਹਾਂ, ਉਹਦਾ ਵੀ ਕਈ ਮੈਗਜ਼ੀਨਾਂ ਵਿੱਚ ਛਪ ਚੁੱਕਿਆ ਹਾਂ। ਤੇ ਪਰ ਮੇਰਾ ਥੋੜਾ ਜਿਹਾ ਕੰਮ ਦਾ ਹਿਸਾਬ ਇਦਾਂ ਦਾ ਰਿਹਾ ਵੀ ਮੇਰੇ ਕਿਸੇ ਨੂੰ ਬਹੁਤਾ ਪੋਸਟ ਨਹੀਂ ਕਰ ਹੁੰਦਾ ਜਾਂ ਜਾ ਨਹੀਂ ਹੁੰਦਾ, ਕਿਉਂਕਿ ਮੇਰਾ ਕੰਮ ਸਿਲਾਈ ਟੇਲਰ ਮਾਸਟਰ ਦਾ ਸਿਲਾਈ ਦਾ ਕੰਮ ਆ, ਔਰ ਪਤਾ ਨਹੀਂ ਲੱਗਦਾ ਟਾਈਮ ਦਾ ਕਦੋਂ ਤੋਂ ਨਿਕਲ ਜਾਂਦਾ ਹੈ। ਤੇ ਰਚਨਾਵਾਂ ਹੈਗੀਆਂ, ਕੁਝ ਰਚਨਾਵਾਂ ਇੱਕ ਮੇਰੀ ਸੀਗੀ ਬਾਬਾ ਨਾਨਕ, ਜਿਹਨੂੰ ਬਹੁਤ ਜ਼ਿਆਦਾ ਲੋਕਾਂ ਨੇ ਸਲਾਹਿਆ ਵੀ ਕਈਆਂ ਨੇ, ਔਰ ਕਈਆਂ ਨੇ ਮੈਨੂੰ ਉਹਦੇ ਪੁੱਟ ਵਿੱਚ ਵਿਰੋਧ ਵੀ ਗੱਲ ਕੀਤੀ ਹੈ ਵੀ ਤੁਸੀਂ ਇਹ ਗੱਲ ਕਿੱਦਾਂ ਕਹਿੰਦੇ ਹੋ, ਪਰ ਮੈਨੂੰ ਜੋ ਆਪਣੇ ਮੁਤਾਬਕ ਸਹੀ ਲੱਗਦਾ ਸੀ ਉਸ ਮੁਤਾਬਕ ਉਸ ਰਚਨਾ ਲਿਖਿਆ ਸੀ। ਸਰ ਸਾਡੇ ਦਰਸ਼ਕਾਂ ਦੇ ਅੱਗੇ ਪੇਸ਼ ਕਰੋਗੇ? ਹਾਂਜੀ। ਨਜ਼ਮ ਸੀ ਬਾਬਾ ਨਾਨਕ। ਰਾਤੀ ਬਾਬਾ ਨਾਨਕ ਆਇਆ ਸੀ ਸੁਪਨੇ ਵਿੱਚ, ਬਿਨਾਂ ਖੰਡੇ ਤੋਂ ਝੰਡੇ ਤੋਂ, ਦਿੱਲੀ ਤੇ ਦਿੱਲੀ ਦੀ ਦਾਮਨੀ ਬਾਰੇ ਪੁੱਛਦਾ ਸੀ। ਪੁੱਛਦਾ ਸੀ 84 ਦੇ ਭਰਾਵਾਂ ਤੇ ਪੁੱਤਰਾਂ ਬਾਰੇ, ਪੁੱਛਦਾ ਸੀ ਰੰਗਤ ਪੰਗਤ ਤੇ ਸੰਗਤ ਬਾਰੇ। ਨਹੀਂ ਸੀ ਬਾਬਾ ਸੋਭਾ ਸਿੰਘ ਦੀ ਫੋਟੋ ਵਾਲਾ। ਮੈਨੂੰ ਬਾਬਾ ਆਲਸੀ ਨੇ ਸੰਘਰਸ਼ੀ ਜਾਂਦੇ ਦਿਖਾਉਂਦਾ ਸੀ ਆਪਣੇ ਕਿਰਤ ਨਾਲ ਪੱਕੇ ਹੋਏ ਹੱਥ, ਪਰ ਜਲੌ ਸੀ ਉਸ ਦੀਆਂ ਅੱਖਾਂ ਵਿੱਚ ਮਾਨਵ ਰੱਖਿਆ ਦੇ ਅਧਿਕਾਰਾਂ। ਬਾਬੇ ਨੇ ਮੇਰੀ ਉਦਾਸੀ ਨੂੰ ਬੜੇ ਗੌਰ ਨਾਲ ਦੇਖਿਆ। ਲਾਲੋ ਤੇ ਭਾਗੂ ਦਾ ਘਰ ਪੁੱਛਣ ਮਿਤਵਾਕ ਹੋ ਗਿਆ ਗੁਰਦੁਆਰਾ, ਇੱਕ ਅੰਦਰ ਬੈਠਾ ਇੱਕ ਬਾਹਰ ਬੈਠਾ, ਬਾਬਾ ਚਲਾ। ਇਹ ਰਚਨਾ ਸੀ ਜਿਹਨੂੰ ਤਕਰੀਬਨ ਬਹੁਤ ਤਰ੍ਹਾਂ ਦੀ ਪਸੰਦ ਕੀਤੀ, ਔਰ ਇਹ ਰਚਨਾ ਵੀ ਇਦਾਂ ਨਹੀਂ ਹੈਗੀ ਵੀ ਇਹਨੂੰ ਸੋਚ ਕੇ ਲਿਖਿਆ, ਮਤਲਬ ਇਦਾਂ ਇਹ ਅਸਲ ਵਿੱਚ ਵਾਪਰ ਰਿਹਾ। ਧਾਰਮਿਕ ਡੇਰੇ ਜਿੰਨੇ ਜੋ ਵੀ ਹੈਗੇ ਆ ਉਹ ਅਸਲ ਵਿੱਚ ਇੱਕ ਸਮਾਜ ਨੂੰ ਸੇਧ ਦੇਣ ਲਈ ਆ, ਜੋ ਮੇਨ ਅਸਲ ਵਿੱਚ ਉਹਦਾ ਪਿੱਛੇ ਜਿਹੜਾ ਮੇਨ ਕੰਮ ਕਰਦਾ ਹੈ। ਪਰ ਅੱਜ ਉਹਦੇ ਉਲਟ ਹੋ ਰਿਹਾ। ਅੱਜ ਉਹਦੇ ਬਿਲਕੁਲ ਉਲਟ ਹੋ ਰਿਹਾ ਆ। ਅੱਜ ਕੀ ਹੋ ਰਿਹਾ ਆ, ਉਹ ਜਿਹੜੇ ਧਾਰਮਿਕ ਡੇਰੇ ਆ ਉਹ ਲੋਕਾਂ ਦਾ ਆਰਥਿਕ ਮਾਨਸਿਕ ਸ਼ੋਸ਼ਣ ਕਰ ਰਹੇ ਔਰ ਇੱਕ ਬੋਰਡ ਵਿੱਚ ਵਧਾ ਰਹੇ। ਅਸਲ ਵਿੱਚ ਡੇਰੇ ਨਹੀਂ, ਸਿਆਸੀ ਡੇਰੇ। ਬਾਬੇ ਨਾਨਕ ਦੀ ਜੇ ਆਪਾਂ ਗੱਲ ਕਰਦੇ ਆ, ਉਹਦਾ ਧੁਰ ਤੋਂ ਹੀ ਹੋਕਾ ਰਿਹਾ ਵੀ ਤੁਸੀਂ ਚਮਤਕਾਰਾਂ ਪਿੱਛੇ ਨਾ ਲੱਗੋ ਔਰ ਆਪਣਾ ਜੀਵਨ ਸਾਦੇ ਵਿੱਚ ਜੀਓ ਔਰ ਆਪਣਾ ਕਮਾਓ ਔਰ ਆਪ ਕਮਾ ਕੇ ਖਾਓ, ਔਰ ਜਿਹਨੂੰ ਲੋੜ ਵਾ ਤੁਸੀਂ ਉਹਦੀ ਮਦਦ ਵੀ ਕਰੋ। ਪਰ ਅੱਜ ਕੱਲ੍ਹ ਨਹੀਂ ਤਾਂ ਹੋ ਰਿਹਾ। ਤੁਸੀਂ ਦੇਖੋਗੇ ਗੁਰਦੁਆਰੇ ਜਾਂ ਗੁਰਦੁਆਰਾ ਕਹਿ ਲਓ, ਮੰਦਿਰ ਕਹਿ ਲਓ, ਜਾਂ ਕੁਛ ਵੀ ਕਰੋ, ਕੋਈ ਧਾਰਮਿਕ ਡੇਰਾ ਕਹਿ ਲਓ, ਇਸ ਵਿੱਚ ਤੁਸੀਂ ਆਪਣਾ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਵੀ ਕਹਿ ਲਓ, ਜੇ ਆਪਾਂ ਘਰਾਂ 'ਚ ਪ੍ਰੋਗਰਾਮ ਵੀ ਕਰਦੇ ਹਾਂ, ਉਹਦੇ ਵਿੱਚ ਲੋੜ ਰੋਟੀ ਦੀ ਕਿਹਨੂੰ ਹੁੰਦੀ ਹੈ? ਜਿਹੜਾ ਭਿਖਾਰੀ ਘੁੰਮਦਾ ਜਾਂ ਜਿਹੜਾ ਲਿਫਾਫੇ ਚੁੱਕਣ ਵਾਲਾ ਘੁੰਮਦਾ ਜਾਂ ਜਿਹੜਾ ਕਾਗਜ਼ ਚੁੱਕਣ ਵਾਲਾ ਘੁੰਮਦਾ, ਰੋਟੀ ਦੀ ਲੋੜ ਉਹਨੂੰ ਹੁੰਦੀ ਹੈ। ਪਰ ਆਪਾਂ ਜਿੰਨੇ ਪਰਿਵਾਰ ਦੇ ਮੈਂਬਰ ਹੁੰਦੇ, ਜਾਂ ਆਪਾਂ ਜਾਂਦੇ ਕਿਤੇ ਵੀ ਜਾਂਦੇ, ਜਾਂ ਆਪਾਂ ਟਰੈਵਲਿੰਗ ਕਰਕੇ ਜਾਂਦੇ ਹਾਂ, ਤਾਂ ਸਾਡੇ ਕੋਲ ਰੋਟੀ ਸਾਡੇ ਕੋਲ ਸਾਧਨ ਹੁੰਦਾ ਪੂਰਾ। ਆਪਾਂ ਰੋਟੀ ਕਿਸੇ ਨੂੰ ਖਵਾਉਂਦੇ ਹਾਂ ਜਿਹਨੂੰ ਢਿੱਡ ਭਰੇ ਹੋ, ਔਰ ਜਿਹਨੂੰ ਲੋੜ ਆ ਆਪਾਂ ਨੂੰ ਨਹੀਂ ਪੁੱਛਦੇ। ਇਹ ਰਚਨਾ ਮੇਨ ਉਸੇ ਸਿਧਾਂਤ ਤੇ। ਹਾਂਜੀ ਜੀ ਸਰ, ਮੈਂ ਤੁਹਾਨੂੰ ਹੁਣ ਕੋਈ ਗਰੀਬ ਲੋਕਾਂ ਦੇ ਉੱਪਰ, ਜਿਹੜੇ ਗਰੀਬ ਵਰਗ ਦੇ ਲੋਕ ਨੇ, ਉਹਨਾਂ ਦੀ ਕੋਈ ਕਵਿਤਾ ਲਿਖੀ ਤੁਸੀਂ? ਭੈਣ ਜੀ, ਜਿਹੜਾ ਗਰੀਬ ਵਰਗ, ਪਹਿਲਾਂ ਤੁਹਾਡਾ ਸਵਾਲ ਇਹ ਗਰੀਬ ਵਰਗ। ਗਰੀਬ ਵਰਗ ਜਿਹੜਾ ਸਾਡੇ ਇੱਥੇ ਢਾਂਚੇ 'ਚ ਪਾਇਆ ਜਾਂਦਾ ਹੈ, ਉਹਦੇ ਵਿੱਚੋਂ ਸਭ ਨੂੰ ਜ਼ਿਆਦਾ ਉਸ ਗਰੀਬ ਵਰਗ ਲਈ ਜ਼ਿੰਮੇਵਾਰ ਸਰਕਾਰਾਂ ਹੈ। ਦੂਸਰਾ, ਉਹ ਜਿਹੜਾ ਵਰਗ ਆ ਕੁਛ ਆਪ ਵੀ ਜ਼ਿੰਮੇਵਾਰ ਆ, ਕਿਉਂਕਿ ਉਹ ਆਪਣੇ ਮਤਲਬ ਦੇ ਕਿਤੇ ਵੀ ਨਹੀਂ ਲੱਭਦਾ। ਦੂਸਰੇ ਜਿਹੜੀਆਂ ਸਰਕਾਰਾਂ ਆ, ਉਹਨਾਂ ਦੇ ਮਤਲਬ ਦੇ ਕਿਤੇ ਨਹੀਂ ਪੈਦਾ ਹੋਣ ਦਿੰਦੀ।
ਹੁਣ ਜੇ ਜਿਹੜਾ ਕੋਈ ਬੱਚਾ ਕਿਸੇ ਦੇ ਘਰ ਵਿੱਚ ਔਖਾ ਸੌਖਾ +2 ਪੜ੍ਹ ਜਾਂਦਾ ਹੈ ਜਾਂ ਮੈਟ੍ਰਿਕ ਕਰ ਜਾਂਦਾ ਹੈ, ਹਾਂਜੀ। ਪਰਿਵਾਰੋਂ ਗਰੀਬਾਂ ਜੀ ਆਉਂਦੇ ਆ, ਉਹਨੂੰ ਗਾਹਾਂ ਰੋਜ਼ਗਾਰ ਨਹੀਂ ਕਿਤੇ ਮਿਲਦਾ। ਹਾਂਜੀ। ਜੋ ਬੱਚਾ +2 ਕਰਦੇ ਬਾਅਦ ਵਿੱਚ ਆਪਣੀ 18-19 ਸਾਲ ਦੀ ਉਮਰ ਵਿੱਚ ਜਾ ਕੇ ਬਾਅਦ ਲੇਬਰ ਕਰੂੰਗਾ, ਹਾਂਜੀ। ਉਹ ਤੇ ਨਹੀਂ ਹੈ। ਕਿਉਂਕਿ ਜਿਹੜਾ ਮੀਡੀਆ ਆ ਜਾਂ ਉਹ ਸਿਸਟਮ ਆ ਸਾਰਾ, ਉਹ ਉਹਨੂੰ ਸੁਪਨੇ ਇਹੋ ਜਿਹੇ ਦਿਖਾ ਲੈਂਦਾ ਵੀ ਰਾਤੋਂ ਰਾਤ ਅਮੀਰ ਹੋਣਗੇ। ਉਹਦੇ ਕਰਕੇ ਉਹ ਮੈਂ ਇਸ ਗੱਲ ਨੂੰ ਇਹ ਨਹੀਂ ਮੰਨਦਾ ਹੈਗਾ ਵੀ ਪਰਿਵਾਰ ਕੋਈ ਗਰੀਬ, ਹਾਂ ਗਰੀਬ ਹੋਣਗੇ ਕਾਰਨ ਆ ਪਿੱਛੇ ਉਹਦੇ ਪਿੱਛੇ। ਹਾਂਜੀ। ਠੀਕ ਹੈ ਜੀ। ਮੈਂ ਲਿਖੀ ਸੀ ਕਵਿਤਾ ਇੱਕ ਤੇ ਤੁਹਾਨੂੰ ਮੈਂ ਸੰਗ ਕਰਾਂਗਾ। ਆਓ ਕੁਝ ਪਲ ਉਹਨਾਂ ਨੂੰ ਦੇ ਕੇ ਆਈਏ ਜਿਹੜੇ ਉਮਰ ਦੇ ਫਾਕੇ ਚੱਬਦੇ ਇਲਜ਼ਾਮ ਸਮਝਦੇ ਜ਼ਿੰਦਗੀ। ਆਓ ਕੁਝ ਸਵਾਲ ਉਹਨਾਂ ਨੂੰ ਕਰੀਏ ਜਿਨ੍ਹਾਂ ਦੇ ਬੂਹੇ ਟਾਟਾ ਅੰਬਾਨੀਆਂ ਦੇ ਘਰ ਨਾਲ ਵੀ ਖੁੱਲ੍ਹਦੇ ਤੇ ਸਾਡੇ ਘਰ ਭੇਜਦੇ ਤਿੱਖੇ ਬੂਟਾਂ ਦੇ ਕੱਪ, ਤੇ ਜਿਨ੍ਹਾਂ ਨੂੰ ਸਾਡੇ ਹੱਕਾਂ ਵੇਲੇ ਅਕਸਰ ਹੋ ਜਾਂਦਾ ਸੁਪਨਦੋਸ਼। ਇਹ ਕਵਿਤਾ ਉਸ ਵਰਗ ਨੂੰ ਵੰਗਾਰਦੀ ਸੀਗੀ ਵੀ ਜਿਹੜਾ ਇੱਕ ਸਰਮਾਏਦਾਰ ਬੰਦਾ ਆ, ਉਹਨੂੰ ਜੇ ਕਿਤੇ ਵੀ ਲੋੜ ਪੈਂਦੀ ਆ, ਮੀਨਸ ਮੈਂ ਇਹ ਗੱਲ ਕਰਦਾ ਵੀ ਜੇ ਇੱਕ ਸਰਮਾਏਦਾਰ ਬੰਦਾ ਆ, ਉਹਨੂੰ ਆਪਣਾ ਕੋਈ ਕੰਮ ਸ਼ੁਰੂ ਕਰਦਾ ਜਾਂ ਵਧਾਉਂਦਾ ਆ, ਉਹਨੂੰ ਤਾਂ ਕਰੋੜਾਂ ਦੇ ਹਿਸਾਬ ਨਾਲ ਲੋਨ ਵੀ ਮਿਲ ਜਾਣੇ ਆ, ਔਰ ਉਹਨੂੰ ਸਬਸਿਡੀਆਂ ਮਿਲ ਜਾਣੀਆਂ, ਸਾਰਾ ਕੁਝ ਮਿਲ ਜਾਣਾ। ਜਿਹੜਾ ਆਮ ਬੱਚਾ +2 ਕਰਦੇ ਬਾਅਦ ਜਾਂ 10 ਕਰਦੇ ਬਾਅਦ ਸੋਚਦਾ ਮੈਂ ਆਪਣਾ ਕੋਈ ਦੁਕਾਨੇ ਕਰ ਲਵਾਂ, ਕੋਈ ਨਾਈ ਦੀ ਦੁਕਾਨ ਕਰ ਲਵਾਂ, ਜਾਂ ਮੈਂ ਕੋਈ ਆਪਣਾ ਟੇਲਰ ਦਾ ਕੰਮ ਕਰ ਲਵਾਂ, ਉਹ ਤੋਂ ਕਿੰਨਾ ਪੈਸੇ ਨੂੰ ਤਾਂ ਕੰਮ ਸ਼ੁਰੂ ਕਰ ਸਕੇ। ਆਲਰੇਡੀ ਗਵਰਨਮੈਂਟ ਦੀਆਂ ਸਕੀਮਾਂ ਆ ਵੀ ਅਸੀਂ ਉਹਨਾਂ ਨੂੰ ਸਬਸਿਡੀ ਦਿੰਦੇ ਹਾਂ, ਸਭ ਕਾਗਜ਼ਾਂ ਵਿੱਚ ਆ। ਉਹ ਥੱਕੇ ਮਤਲਬ ਧੱਕੇ ਖਾ ਮਹੀਨਾ ਘੁੰਮ ਕੇ ਕੁਝ ਨਹੀਂ ਮਿਲਦਾ। ਸਾਰੇ ਅਮੀਰਾਂ ਨੂੰ ਮਿਲ ਜਾਂਦੇ ਨਹੀਂ, ਅਮੀਰ ਨਹੀਂ, ਅਮੀਰ ਤੁਸੀਂ ਆਪਾਂ ਲਫ਼ਜ਼ ਤਾਂ ਭਰਦੇ ਆ ਕਿਉਂਕਿ ਉਹਨਾਂ ਕੋਲ ਪੈਸਾ ਕਮਾਇਆ ਹੈ, ਪਰ ਅਸਲ ਵਿੱਚ ਉਹ ਇੱਕ ਉਸ ਮਾੜੇ ਸਿਸਟਮ ਦਾ ਹਿੱਸਾ ਆ ਜਿਹੜਾ ਸਾਡੇ ਉੱਪਰ ਲਾਗੂ ਹੁੰਦਾ ਸਿਸਟਮ। ਉਹ ਉਲਟਾ ਸਿਸਟਮ ਆ, ਉਹ ਸਾਡੇ ਕੋਲ ਉਲਟਾ ਕਮਾਉਂਦਾ ਹੈ ਸਾਡੇ ਕੋਲ। ਚਾਹੇ ਅਸੀਂ ਦੇਖਣ ਨੂੰ ਲੱਗਦਾ ਵੀ ਅਸੀਂ ਉਹਨੂੰ ਕੁਝ ਦਿੰਦੇ ਹਾਂ, ਪਰ ਅਸੀਂ ਉਹਨੂੰ ਸਭ ਕੁਝ ਦੇ ਰਹੇ ਹਾਂ। ਕਿਉਂਕਿ ਜੇ ਸਾਡੇ ਆਮ ਬੰਦੇ ਕੋਈ ਛੋਟੇ ਮੋਟੇ ਕੰਮ ਸਾਰੇ ਹੋਣਗੇ ਤਾਂ ਉਹਨੂੰ ਤਾਂ ਕਾਫੀ ਹੱਦ % ਉਹਨਾਂ ਲੋਕਾਂ 'ਚ ਵਿਚਰ ਜਾਣਾ। ਔਰ ਜਿਹੜਾ ਉਹਨਾਂ ਦਾ ਸਿਸਟਮ ਆ ਉਹ ਆਪਣੇ ਬ੍ਰਾਂਡਡ ਚੀਜ਼ਾਂ ਵੇਚਦੇ ਆ। ਬਸ ਇਹ ਕਾਰਨ ਹੈ ਮੈਂ ਦੱਸ ਰਿਹਾ। ਤੇ ਸਰ ਜਿੱਦਾਂ ਤੁਹਾਡੀ ਕਵਿਤਾ ਭਾਰਤ ਮਾਂ ਵੀ ਹੈ ਸਰ, ਉਹ ਤੁਸੀਂ ਕੀ ਸੋਚ ਕੇ ਲਿਖੀ ਸੀ ਹਨਾ? ਉਹ ਕਵਿਤਾ ਮੈਂ ਇੱਕ ਸਲਮ ਬਸਤੀ ਵਿੱਚ ਗਿਆ ਸੀ। ਮੈਂ ਸਲਮ ਬਸਤੀ ਕਹ ਲਓ, ਮੇਰੇ ਜਿੱਥੇ ਦੁਕਾਨ ਆ ਉੱਥੇ ਲਾਗੇ ਸਾਡੇ ਝੁੱਗੀਆਂ ਆ ਕਾਫੀ। ਉਹ ਝੁੱਗੀਆਂ ਲਾਗੇ ਹੋਣ ਕਰਕੇ ਉਹਨਾਂ ਦੇ 2-4 ਬੰਦੇ ਵਾਕਫ ਵੀ ਹੈਗੇ ਆ। ਕਈ ਵਾਰ ਉੱਥੇ ਜਾਣ ਦਾ ਕਿਸੇ ਕਾਰਨ ਕੋਈ ਮੌਕਾ ਮਿਲਿਆ, ਮੌਕਾ ਵੀ ਕਾਹਦਾ ਸੀਗਾ, ਮੈਂ ਅਸੀਂ ਦੁਕਾਨ ਤੇ ਨਾਈਟ ਲਾ ਰਹੇ ਸੀਗੇ ਤੇ ਰਾਤ ਲਾ ਰਹੇ ਦੁਕਾਨ ਤੇ ਅਸੀਂ ਕੰਮ ਕਰਦੇ। ਰਾਤ ਨੂੰ ਉਹ ਬੰਦਾ ਆਇਆ, ਕਹਿੰਦਾ ਭਾਜੀ ਮੋਟਰਸਾਈਕਲ ਮਰ ਇੱਕ ਮਿੰਟ ਘਰ ਨੂੰ ਆਇਆ, ਉਹਦਾ ਬੱਚਾ ਬਿਮਾਰ ਸੀਗਾ। ਮੈਂ ਮੋਟਰਸਾਈਕਲ ਚੱਕ ਕੇ ਚਲਾ ਗਿਆ ਉੱਥੇ, ਤੇ ਦੇਖੋ ਤਾਂ ਮੁੰਡਾ ਨੂੰ ਚੱਕਿਆ ਤਾਂ ਉਹਨੂੰ ਚੱਕ ਕੇ ਸਿਵਲ ਹਸਪੀਟਲ ਲੈ ਗਿਆ। ਮੈਂ ਨਹੀਂ ਕਦੇ ਉਹਦੇ ਘਰਾਂ 'ਚ ਕਦੇ ਗਿਆ ਸੀਗਾ, ਪਰ ਮੈਨੂੰ ਜਾਣ ਦਾ ਮੌਕਾ ਮਿਲਿਆ। ਪਰ ਮੈਂ ਵੀ ਉਸ ਵੇਲੇ ਇੱਦਾਂ ਸਮਝਿਆ, ਮੈਂ ਕਿਹਾ ਚੱਲ ਪਹਿਲਾਂ ਹਸਪਤਾਲ ਲੈ ਕੇ ਗਏ। ਪਰ ਮੀਨਸ ਉਹਦੀ ਬੰਦੇ ਦੀ ਜੇਬ ਵਿੱਚ ਪੈਸੇ ਵੀ ਨਹੀਂ ਸੀਗੇ, ਉਹਦੀ ਜੇਬ 100 ਨਾਲ 50 ਰੁਪਇਆ ਹੋਊਗਾ, ਇਹ ਤੋਂ ਵੱਧ ਨਹੀਂ ਸੀਗੇ ਉੱਥੇ। ਚਲੋ ਮੈਂ ਗੱਲ ਕਹਿਣੀ ਨਹੀਂ ਚਾਹੁੰਦਾ ਵੀ ਮੈਂ ਉੱਥੇ ਕੀ ਖਰਚਿਆ ਕੀ ਨਹੀਂ ਖਰਚਿਆ, ਪਰ ਮੌਕੇ ਸਿਰ ਮੈਨੂੰ ਜੋ ਲੋੜ ਪਈ ਉਹਦੇ ਸੰਭਵ ਤੱਕ ਉਹਦੀ ਮਦਦ ਕੀਤੀ ਜਿੰਨੀ ਕੁ ਮੈਨੂੰ ਲੋੜ ਪੈ ਗਈ। ਪਰ ਉਸ ਵਿਸ਼ੇ ਤੇ ਇੱਕ ਮੈਂ ਕਵਿਤਾ ਲਿਖੀ ਸੀਗੀ, ਇਹ ਭਾਰਤ ਮਾਂ, ਤੁਹਾਨੂੰ ਸੁਣਾਉਂਦਾ। ਮੈਂ ਉਹਨਾਂ ਦੀ ਬੋਲੀ ਵੱਲੋਂ ਲਿਖੀ ਸੀ, ਜਾਂ ਉਹਨਾਂ ਦੇ ਬੱਚਿਆਂ ਵੱਲੋਂ ਕਹਿ ਲਓ, ਜਾਂ ਉਹਨਾਂ ਦੀ ਹੂਕ ਤੌਰ ਤੇ ਲਿਖੀ ਸੀਗੀ ਉਹ ਕਵਿਤਾ ਸੀ। ਹੇ ਭਾਰਤ ਮਾਂ, ਸਾਨੂੰ ਇਉਂ ਕਿਉਂ ਲੱਗਦਾ ਹੈ ਤੂੰ ਬੋਲੀ ਹੋ ਗਈ, ਗੁੰਗੀ ਹੋ ਗਈ, ਜਿਵੇਂ ਤੂੰ ਅੰਨੀ ਹੋ ਗਈ। ਤੇਰਾ ਜਨ ਗਨ ਮਨ ਟੁੱਟੀ ਬਹਿ ਬਿਨਾਂ ਸੁਰ ਤਾਲ ਦਾ ਬੇਸਵਾਦੀ ਗੀਤ ਬਣ ਗਿਆ। ਤੂੰ ਕਦੇ ਵੇਖ ਤਾਂ ਸਹੀ ਸਾਡੀਆਂ ਸਲਾਮ ਬਸਤੀਆਂ ਵਿੱਚ ਕਿੱਦਾਂ ਤੇਰੇ ਸਪੂਤ ਰੋਟੀ ਲੱਭਦੇ, ਤੇਰੀ ਮਰੀ ਹੋਈ ਨਗੀਰਾ ਲੈ ਕੇ ਕੂੜੇ ਦੇ ਢੇਰਾਂ ਵਿੱਚ। ਤੂੰ ਕਦੇ ਵੇਖ ਤਾਂ ਸਹੀ ਸਾਡੇ ਪਾਟੇ ਝੱਗਿਆਂ ਵਿੱਚ ਸਾਡੀਆਂ ਸੁੱਕੀਆਂ ਅੱਖਾਂ, ਸਾਡੀਆਂ ਡੱਬ ਖੜੱਬੀਆਂ ਬੂਥੀਆਂ ਨੂੰ ਜਦ ਅਸੀਂ ਬਾਜ਼ਾਰਾਂ ਵਿੱਚ ਨੰਗੇ ਕੀਤੇ ਜਾਂਦੇ ਹਾਂ ਆਪਣੀਆਂ ਧੀਆਂ ਸਮੇਤ। ਬੇਬਸੀ, ਗਰੀਬੀ, ਵਧੇ ਆਟੇ ਦਾਲ ਦਾ ਮੁੱਲ ਸਾਡੇ ਮੂੰਹ ਵਿੱਚ ਥੁੱਕਿਆ ਜਾਂਦਾ ਹੈ। ਜਦ ਦਫ਼ਤਰਾਂ ਸੜਕਾਂ ਤੇ ਕੋਈ ਢੱਡਲ ਬਾਬੂ ਟੋਹਦਾ ਹੈ ਸਾਡੀ ਧੀਆਂ ਦੇ ਅੰਗ। ਤੂੰ ਸਹੁੰ ਖਾ ਕੇ ਦੱਸੇ ਅਸੀਂ ਤੈਨੂੰ ਚੋਰ ਲੱਗਦੇ ਹਾਂ, ਉਦੋਂ ਚੀਰ ਹਰਨ ਹੁੰਦਾ ਹੈ ਤੇਰਾ ਬੰਦੇ ਮਾਤਰਮ। ਸਾਡੇ ਹੱਥਾਂ ਦੀਆਂ ਬੁੱਲਾਂ, ਸਾਡੇ ਹੱਥਾਂ ਦੀਆਂ ਬੁੱਲਾਂ ਦੀਆਂ ਪੈਰਾਂ ਦੀਆਂ ਉਧੜੀਆਂ ਚਮੜੀਆਂ ਵੇਖ ਸਾਡੇ ਢਿੱਡਾਂ ਵਿੱਚ ਭੁੱਖ ਦੀ ਮਰਦੰਗ ਸੁਣ। ਤੈਨੂੰ ਤੇਰਾ ਹਿਮਾਲਿਆ ਪੁੱਤਰ ਛੋਟਾ ਲੱਗਣਾ। ਹੇ ਭਾਰਤ ਮਾਂ, ਸਾਨੂੰ ਕਿਉਂ ਲੱਗਦਾ ਹੈ ਤੂੰ ਗੁੰਗੀ ਹੋ ਗਈ, ਬੋਲੀ ਹੋ ਗਈ, ਤੂੰ ਬਹਿਰੀ ਹੋ ਗਈ। ਸਰ ਬਹੁਤ ਵਧੀਆ ਕਵਿਤਾ ਸਰ। ਸਰ ਮੈਂ ਤੁਹਾਨੂੰ ਹੁਣ ਇਹ ਵੀ ਪੁੱਛਣਾ ਚਾਹਾਂਗੀ ਕਿ ਜਿਵੇਂ ਹੁਣ ਅੱਜ ਕੱਲ੍ਹ ਨਸ਼ਾ ਬਹੁਤ ਆ ਹੈ ਨਾ, ਅਤੇ ਨਸ਼ੇ ਦੇ ਵਿਰੁੱਧ ਤੁਸੀਂ ਕੋਈ ਨਸ਼ੇ ਨੂੰ ਕਾਬੂ ਕਰਨ ਲਈ ਕੋਈ ਕਵਿਤਾ ਲਿਖੀ ਆ ਕਿ ਲੋਕ ਇਸ ਤੋਂ ਭਾਵੁਕ ਹੋ ਕੇ ਨਸ਼ਾ ਛੱਡ ਦੇਣ, ਕਿ ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਸਾਰੀ ਨਸ਼ੇ ਦੇ
ਵੱਲ ਜਾ ਰਹੀ ਹੈ? ਦੇਖੋ ਜੀ, ਇਹਦੇ ਨਸ਼ੇ ਦੇ ਜਿਹੜੇ ਕਾਰਨ ਆ, ਮੇਨ ਨਸ਼ੇ ਦੇ ਕਾਰਨ ਇਹ ਆ, ਇੱਕ ਤਾਂ ਜਿਹੜੀਆਂ ਫਿਲਮਾਂ ਬਣ ਰਹੀਆਂ ਹਾਂਜੀ, ਉਹਨਾਂ ਵਿੱਚ ਦਿਖਾਇਆ ਜਾ ਰਿਹਾ ਵੀ ਇੱਕ ਚਾਹੇ ਵਿਲਨ, ਉਹ ਤਾਂ ਆਪਣਾ ਕਿਰਦਾਰ ਅਦਾ ਕਰਦੇ, ਉਹਨੂੰ ਜੀ ਦਿਖਾਇਆ ਜਾ ਰਿਹਾ ਕਿ ਵਿਲਨ ਨੂੰ ਨਸ਼ਾ ਖਾ ਕੇ ਇੰਨਾ ਕੁਛ ਕਰ ਜਾਂਦਾ। ਦੂਸਰੀ ਗੱਲ ਕੀ ਆ, ਜਿਹੜਾ ਸਾਡਾ ਇੱਥੇ ਦਾ ਸਿਸਟਮ ਉਹ ਇਹ ਨਹੀਂ ਚਾਹੁੰਦਾ ਵੀ ਇਹ ਲੋਕ ਜਾਂ ਨੌਜਵਾਨ ਪੀੜ੍ਹੀ ਆ ਵੀ ਇਸ ਤਰ੍ਹਾਂ ਬਣੀ ਰਹੇ ਵੀ ਸਾਡੇ ਸਾਹਮਣੇ ਕਿਤੇ ਡਟ ਕੇ ਨਾ ਖੜ ਜਾਵੇ। ਹਾਂਜੀ, ਉਹ ਚਾਹੁੰਦਾ ਆ ਵੀ ਇਹ ਜਿਹੜੀ ਪੀੜ੍ਹੀ ਆ, ਇਹ ਪੀੜ੍ਹੀ ਸਾਡੇ ਸਾਹਮਣੇ ਗੋਡਿਆਂ ਭਾਰੀ ਰਹੇ। ਉਹਦਾ ਕਾਰਨ ਕੀ ਆ, ਉਹ ਆਪਣੀ ਜਿਹੜੀਆਂ ਮਾੜੀਆਂ ਚੰਗੀਆਂ ਨੀਤੀਆਂ ਜੋ ਮਰਜ਼ੀ ਤੈਅ ਕਰ ਲੈ, ਔਰ ਜਦ ਕੋਈ ਬੰਦਾ ਮੂਹਰੇ ਉਹ ਆਪਣੇ ਪੂਰੇ ਜ਼ੋਰ ਵਿੱਚ ਆਊਗਾ ਤਦੇ ਉਹਨਾਂ ਦਾ ਮੁਕਾਬਲਾ ਕਰੂਗਾ। ਹਾਂਜੀ, ਹੁਣ ਜੇ ਤੁਸੀਂ ਧਰਨਾ ਕਰਦੇ ਹੋ, ਕੋਈ ਰੈਲੀ ਕਰਦੇ ਹੋ, ਤੁਸੀਂ ਮੁਕਾਬਲਾ ਤਦੇ ਹੀ ਕਰੋਗੇ ਵੀ ਜੀ ਤੁਹਾਡੇ ਸਰੀਰ 'ਚ ਜਾਨ ਹੈਗੀ ਆ। ਉਹ ਚਾਹੁੰਦੇ ਨਹੀਂ ਵੀ ਸਰੀਰ 'ਚ ਜਾਨ ਰਹੇ। ਹੁਣ ਤੁਸੀਂ ਇਹ ਦੱਸੋ ਵੀ ਜਿੰਨਾ ਨਸ਼ਾ ਇੱਥੇ ਪੰਜਾਬ ਵਿੱਚ ਆ ਰਿਹਾ ਆ, ਸਾਡੇ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਲੈ ਲਓ, ਰੋਜ਼ ਅਖਬਾਰ 'ਚ ਖਬਰ ਲੱਗੀ ਹੁੰਦੀ ਹੈ, 10 ਮੁੰਡੇ ਉੱਤੇ ਫੜ ਲਏ, 5 ਉੱਤੋਂ ਫੜ ਲਏ। ਉਹ ਹੁਣ ਫੜ ਹੋਣ ਲੱਗ ਪਏ, ਪਹਿਲਾਂ ਨਹੀਂ ਫੜ ਹੁੰਦੇ ਸੀ। ਉਹਨਾਂ ਵਿੱਚ ਤਾਂ ਕਈ ਵਾਰ ਇਹ ਵੀ ਵਿਊ ਆਏ ਆ ਵੀ ਕਈਆਂ ਸਿਰ ਉੱਤੇ ਨਾ ਜਾਣਬੁੱਝ ਕੇ ਪਾਤਾ, ਕਿਸੇ ਨੇ ਰੰਜਾ ਸਿਰ ਪਵਾਤਾ, ਇਹ ਵੀ ਕੰਮ ਹੋ ਰਿਹਾ। ਪਰ ਜਿਹੜਾ ਨਸ਼ੇ ਦੇ ਮੇਨ ਕਾਰਨ ਅਸਲ ਵਿੱਚ ਹੈਗੀ ਆ, ਜੋ ਮੈਂ ਸਮਝਦਾ ਬੇਰੁਜ਼ਗਾਰੀ। ਜਿਹੜਾ ਬੰਦਾ ਬੇਰੁਜ਼ਗਾਰ ਆ, ਉਹਨੂੰ ਪਹਿਲਾਂ ਤਾਂ ਕੰਮ ਦੀ ਲੋੜ ਆ। ਜੇ ਉਹਦੇ ਕੋਲ ਕੰਮ ਹੋਊਗਾ, ਉਹਦਾ ਧਿਆਨ ਸਾਰਾ ਕੰਮ 'ਚ ਹੋਊਗਾ, ਉਹ ਆਪਣੇ ਕੰਮ ਤੇ ਲੱਗੂਗਾ, ਆਪਣੇ ਪਰਿਵਾਰ 'ਚ ਹੋਊਗਾ। ਬੇਰੁਜ਼ਗਾਰੀ ਮੇਨ ਸਮੱਸਿਆ ਹੈ। ਤੇ ਦੂਸਰੀ ਸਮੱਸਿਆ ਹੈਗੀ ਆ ਵੀ ਲੋਕਾਂ ਵਿੱਚ ਅਸਲੀ ਢੰਗ ਦੀਆਂ ਜਾਂ ਸਹੀ ਢੰਗ ਦੀਆਂ ਗਾਈਡੈਂਸ, ਕਿਤਾਬਾਂ ਕਹਿ ਲਓ, ਜਾਂ ਉਹਨਾਂ ਨੂੰ ਸਹੀ ਗਾਈਡੈਂਸ ਨਹੀਂ ਮਿਲ ਰਹੀ ਹੈ। ਉਹਨਾਂ ਨੂੰ ਗਾਈਡੈਂਸ ਨਹੀਂ ਸਹੀ ਮਿਲ ਰਹੀ। ਉਹ ਜਦ ਕੋਈ ਬੱਚਾ ਆਪਣੀ ਉਮਰ ਤੋਂ ਥੋੜਾ ਜਿਹਾ ਆਪਣੀ ਉਮਰ ਜਵਾਨੀ 'ਚ ਪੈਰ ਰੱਖਦਾ ਆ, ਉਹਨੂੰ ਇਹ ਕੁਦਰਤੀ ਤੌਰ ਤੇ ਬੰਦੇ ਦੇ ਸੁਭਾਅ ਵਿੱਚ ਔਰ ਆਦਤਾਂ ਵਿੱਚ ਚੇਂਜ ਹੋਣਾ ਲਾਜ਼ਮੀ ਹੁੰਦਾ ਹੈ। ਔਰ ਜਾਂ ਤਾਂ ਉਸ ਆਦਤਾਂ ਨੂੰ ਮਾਪੇ ਸੰਭਾਲ ਸਕਦੇ ਆ, ਹਨਾ, ਜਾਂ ਇੱਕ ਸਮਾਜ ਦਾ ਢਾਂਚਾ ਬਣਿਆ ਹੁੰਦਾ ਵੀ ਉਹਨੂੰ ਸੰਭਾਲ ਸਕਦਾ। ਸਾਡਾ ਸਮਾਜਿਕ ਢਾਂਚਾ ਇੰਨਾ ਕੁ ਬੁਰਾ ਹੋ ਗਿਆ ਵੀ ਉਹਨੂੰ ਸੰਭਾਲ ਨਹੀਂ ਸਕਦਾ। ਅਰੇ ਮਾਪਿਆਂ ਦੀ ਗੱਲ, ਕੁਝ ਬੱਚੇ ਇਹੋ ਜਿਹੇ ਵੀ ਪਰਿਵਾਰ ਦੇ ਕੇ ਜਿਹਨਾਂ 'ਚ ਮਾਪੇ ਵੀ ਗ੍ਰਸਤ ਹੋਏ ਵਾ, ਉਹ ਵੀ ਗ੍ਰਸਤ ਹੋਏ ਵਾ। ਪਰ ਜੇ ਤੁਸੀਂ ਕਹੋ ਸਮੇਂ ਦੀਆਂ ਸਰਕਾਰਾਂ ਨਹੀਂ ਪਤਾ, ਸਮੇਂ ਦੀਆਂ ਸਰਕਾਰਾਂ ਨੂੰ ਸਾਰਾ ਕੁਝ ਪਤਾ ਹੈ। ਇਹਨਾਂ ਨੂੰ ਇਹ ਤਾਂ ਪਤਾ ਲੱਗ ਜਾਊਗਾ ਫਲਾਣੇ ਤੇ ਬੰਦੇ ਬੈਠੇ ਨੇ, ਫਲਾਣੇ ਬਾਰੇ ਕੀ ਗੱਲ ਕਹੀ ਆ। ਉਹਨੇ ਟਰੱਕਾਂ ਭਰ ਨਸ਼ਾ ਆ ਰਿਹਾ, ਇੰਨਾ ਸਮਾਨ ਆ ਰਿਹਾ, ਉਹਨੂੰ ਪਤਾ ਨਹੀਂ ਲੱਗਦਾ ਕਿਤੇ। ਇਹ ਭੈਣ ਜੀ ਸਭ ਮਿਲੀ ਭੁਗਤ ਕੰਮ ਚੱਲ ਰਿਹਾ, ਔਰ ਇਹ ਪੰਜਾਬ ਦਾ ਬੁਰਾ ਹਾਲ ਕਰਨ ਵਾਲੇ ਆ। ਹਾਂਜੀ, ਤੇ ਸਰ ਇਹਨੂੰ ਦੂਰ ਕਰਨ ਲਈ ਤੁਸੀਂ ਕੋਈ ਕਵਿਤਾ ਲਿਖੀ ਕਿ ਲੋਕੀ ਅੱਜ ਦੀ ਪੀੜ੍ਹੀ ਜਿਹੜੀ ਆਹ ਕਵਿਤਾ ਸੁਣ ਕੇ ਤੇ ਨਸ਼ੇ ਨੂੰ ਛੱਡ ਦੇ? ਦੇਖੋ ਜੀ, ਕਵਿਤਾ ਜੇ ਤੁਸੀਂ ਕਹੋ ਤਾਂ ਇੱਕ ਵਿਚਾਰ ਹੁੰਦੇ ਆ, ਔਰ ਬੰਦੇ ਦੇ ਜਜ਼ਬਾਤ ਹੁੰਦੇ ਆ। ਹਾਂਜੀ, ਔਰ ਤੁਸੀਂ ਕਿਸੇ ਬੰਦੇ ਦੇ ਜਜ਼ਬਾਤਾਂ ਨੂੰ ਮੇਰੇ ਮੁਤਾਬਕ ਹੁਲਾਰਾ ਉਹ ਦੇ ਸਕਦੇ ਆ ਵੀ ਜਦ ਤੁਸੀਂ ਉਹਨੂੰ ਕੋਈ ਬੀਤਿਆ ਵੇਲਾ ਜਾਂ ਉਹਦੇ ਵਿੱਚ ਇੱਕ ਜੋਸ਼ ਭਰੋਗੇ। ਹਾਂਜੀ, ਠੀਕ ਹੈ ਜੀ। ਮੈਂ ਉਹਦੇ ਇੱਕ ਗੀਤ ਲਿਖਿਆ ਸੀਗਾ ਪੰਜਾਬੀ ਉੱਤੇ ਦਾ, ਸੰਗ ਸੁੱਖ ਦੇ ਲੰਘਦਾ ਨਾ ਬੂੰਦ ਪਾਣੀ, ਭੂਰ ਅੱਖ ਦੀ ਨਾਲ ਹੀ ਝੰਬਦੇ ਨੇ। ਇਹ ਉਹ ਪੰਜਾਬੀ ਹੈ ਜਿਹਦੀ ਅਣਖ ਤੋਂ ਵੈਰੀ ਪਾਰਥ ਤੋਂ ਵੀ ਕੰਬਦੇ ਨੇ। ਹਾਂਜੀ, ਗੋਰੇ ਰਾਜ ਦੀ ਅਡਵਾਇਰ ਦੀ ਸੱਪ ਵਾਂਗਰਾ ਅਲਖ ਮੁਕਾ ਦਿੱਤੀ, ਉਹਨੂੰ ਜੰਮਣੋਂ ਛੋਟਾ ਕਰ ਦਿੰਦੇ ਜਿੱਥੋਂ ਸ਼ੇਰ ਪੰਜਾਬੀ ਲੰਘਦੇ। ਇਹ ਉਹ ਪੰਜਾਬੀ ਹੈ ਜਿਹਦੀ ਅਣਖ ਤੋਂ ਵੈਰੀ ਪਾਰਥ ਤੋਂ ਵੀ ਕੰਬਦੇ ਨੇ। ਦੇਖੋ ਬੀਤੇ ਵੇਲੇ ਦੀ ਗੱਲਾਂ ਹੋ ਗਈਆਂ। ਹੁਣ ਜੇ ਆਪਾਂ ਕਿਸੇ ਨੂੰ ਹੁਲਾਰਾ ਦੇਵਾਂਗੇ ਤਾਂ ਉਹ ਚੀਜ਼ ਨੂੰ ਮਹਿਸੂਸ ਕਰ ਸਕਦਾ ਹੈ। ਦੂਸਰੀ ਗੱਲ ਕੀ ਆ, ਜਿਹੜਾ ਨਸ਼ਾ ਰੋਕਣ ਲਈ ਤੁਸੀਂ ਕਹਿੰਦੇ ਆ, ਤੇ ਇਹਦੇ ਲਈ ਐਡਿਕਸ਼ਨ ਸੈਂਟਰ ਬਣੇ ਹੋ ਆ, ਉੱਥੇ ਵੀ ਤੁਹਾਨੂੰ ਤੁਹਾਡੇ ਆਸੇ-ਪਾਸੇ ਕੋਈ ਨਸ਼ੇਬਾਜ਼ ਲੱਗਦਾ, ਤੁਸੀਂ ਇਹ ਤਾਂ ਪੂਰੀ ਮੁਤੱਬੀ ਰੱਖੋ, ਅਲਰਟ ਕਰੋ, ਉਹਦੇ ਪਰਿਵਾਰ ਨੂੰ ਅਲਰਟ ਕਰੋ, ਚਾਹੇ ਤੁਹਾਡੇ ਕੋਲ ਪਰਿਵਾਰ ਬਚਾਏ ਕਿਸੇ ਪਾਸੇ ਆ, ਉਹਦਾ ਡਾਕਟਰੀ ਮੁਆਇਨਾ ਕਰਾਓ। ਔਰ ਉਹਨੂੰ ਸਭ ਤੋਂ ਪਹਿਲਾਂ ਨਸ਼ਾ ਛੱਡਣ ਵਾਲੇ ਬੰਦੇ ਨੂੰ ਤੇ ਉਹਨੂੰ ਇੱਕ ਮਾਨਸਿਕ ਤੌਰ ਤੇ ਤਿਆਰ ਕਰਨਾ ਪੈਣਾ। ਵੀ ਤੁਸੀਂ ਇਹ ਚੀਜ਼ ਨੂੰ ਛੱਡ ਸਕਦੇ ਆ, ਵੀ ਜਿਹਨੂੰ ਮਾਨਸਿਕ ਤੌਰ ਤੇ ਤਿਆਰ ਕਰਨਾ ਪੈਣਾ ਵੀ ਤੁਹਾਨੂੰ ਕਮੀਆਂ ਕੀ ਆ, ਬੁਰਾਈਆਂ ਕੀ ਆ। ਨਸ਼ੇਬਾਜ਼ ਬੰਦਾ ਕੋਈ ਵੀ ਹੁੰਦਾ ਉਹਨੂੰ ਛੱਡਣਾ ਚਾਹੁੰਦਾ ਹੁੰਦਾ ਹੈ, ਪਰ ਉਹਦੇ ਵਿੱਚ ਇਸ ਤਰ੍ਹਾਂ ਬੁਰੀ ਤਰ੍ਹਾਂ ਗ੍ਰਸਤ ਹੋਇਆ ਹੁੰਦਾ ਹੈ ਵੀ ਉਹ ਛੱਡ ਨਹੀਂ ਸਕਦਾ ਹੈਗਾ। ਸਭ ਤੋਂ ਪਹਿਲਾਂ ਤਾਂ ਮਾਨਸਿਕ ਲੈਵਲ ਬਣਾਉਣਾ ਪੈਣਾ ਹੈ। ਜਦੋਂ ਤੁਸੀਂ ਮਾਨਸਿਕ ਲੈਵਲ ਬਣਾਓਗੇ, ਉਹਨੂੰ ਕੋਈ ਜੋਸ਼ ਦਓਗੇ, ਜਾਂ ਉਹਦਾ ਮਾਹੌਲ ਚੇਂਜ ਕਰੋਗੇ, ਜਾਂ ਉਹ ਜਿਹੜੇ ਸੰਗੀ ਸਾਥੀ ਜਿਹੜੇ ਉਹਦੇ ਹੈਗੇ ਉਹਨਾਂ ਦਾ ਮਾਹੌਲ ਚੇਂਜ ਕਰੋਗੇ, ਤਾਂ ਇੱਦਾਂ ਦਾ ਕਰਕੇ ਹੌਲੀ ਇੱਕ ਕਰਕੇ ਤਾਂ ਆਪਾਂ ਸਾਰੇ ਇਸ ਚੀਜ਼ ਨੂੰ ਮੁਕਤ ਕਰ ਸਕਦੇ ਹਾਂ। ਔਰ ਇਹ ਉਦਮ ਆਪਾਂ ਨੂੰ ਆਪ ਕਰਨਾ ਪੈਣਾ। ਤੇ ਸਰ ਹੁਣ ਜਿੱਦਾਂ ਭਰੂਣ ਹੱਤਿਆ ਵੀ ਆ, ਹਨਾ, ਤੇ ਇਹਦੇ ਉੱਪਰ ਕੁਝ ਤੁਸੀਂ ਲਿਖਿਆ ਕਿ ਅੱਜ ਕੱਲ੍ਹ ਲੋਕੀ ਭਰੂਣ ਹੱਤਿਆ ਬਹੁਤ ਕਰਦੇ, ਲੜਕੀਆਂ ਭਰੂਣ ਹੱਤਿਆ ਜਿਹੜਾ ਕਰਦੇ। ਦੇਖੋ ਜੇ ਭਰੂਣ ਹੱਤਿਆ ਦੀ ਤੁਸੀਂ ਗੱਲ ਕਰੋ, ਤੇ ਜੇ ਆਪਾਂ ਪੰਜਾਬ ਦੇ ਰੇਸ਼ੋ ਦੀ ਗੱਲ ਕਰੀਏ ਤਾਂ ਮੇਰੇ ਮੁਤਾਬਕ 55-45 ਦਾ ਰੇਸ਼ੋ ਆ। 45 ਲੜਕੀਆਂ ਦੇ 55 ਮੁੰਡੇ, ਇੱਥੇ ਦਾ ਰੇਸ਼ੋ ਇਹ ਹੈ। ਔਰ ਇਹਦੇ ਪਿੱਛੇ ਕਾਰਨ ਕੀ ਆ? ਇਹਦੇ ਪਿੱਛੇ ਭਰੂਣ ਹੱਤਿਆ ਕਾਰਨ ਹੋਣ ਦੇ ਮੈਂ ਤਾਂ 2-3 ਮੋਟੇ ਕਾਰਨ ਗਿਣਦਾ। ਭਰੂਣ ਹੱਤਿਆ ਹੁੰਦੀ ਕਿਉਂ? ਇੱਕ ਤਾਂ ਜਿਹੜਾ ਸਾਡੇ ਸਮਾਜ ਵਿੱਚ ਦਾਜ ਦਹੇਜ ਲਾਹਨਤਾਂ ਸਾਡੇ ਸਿਰ ਤੇ, ਸਭ ਤੋਂ ਵੱਡਾ ਮੇਨ ਕਾਰਨ ਹੈ। ਦੂਸਰਾ ਕਾਰਨ ਹੈ ਮੀਡੀਆ।
ਹਾਂਜੀ ਜਿਹੜਾ ਮੀਡੀਆ ਵਿੱਚ ਔਰਤ ਨੂੰ, ਲੜਕੀ ਨੂੰ ਇੱਕ ਅਸ਼ਲੀਲਤਾ ਦੇ ਤੌਰ ਤੇ ਹੀ ਪੇਸ਼ ਕੀਤਾ ਜਾਂਦਾ ਹੈ। ਹਾਂਜੀ ਔਰ ਉਹਦੇ ਮਾਂ ਵਾਲੇ ਗੁਣ ਬਹੁਤ ਘੱਟ ਦਿਖਾਏ ਜਾਂਦੇ ਆ, ਉਹਦੀ ਭੈਣ ਵਾਲੇ ਗੁਣ ਬਹੁਤ ਘੱਟ ਦਿਖਾਏ ਜਾਂਦੇ ਆ, ਉਹਦੇ ਪਤਨੀ ਵਾਲੇ ਗੁਣ ਬਹੁਤ ਘੱਟ ਦਿਖਾਏ ਜਾਂਦੇ ਆ, ਉਹਦੇ ਸਭ ਅਸ਼ਲੀਲਤਾ ਵਾਲੇ ਗੁਣ ਦਿਖਾਏ ਜਾਂਦੇ ਆ। ਔਰ ਜੇ ਤੁਸੀਂ ਜਿੰਨੇ ਵੀ ਮਰਜ਼ੀ ਗੀਤ ਦੇਖ ਲਓ, ਜਿਹਦੀ ਮਰਜ਼ੀ ਵੀਡੀਓ ਦੇਖ ਲਓ, ਉਹਦੇ ਵਿੱਚ ਲਗਭਗ ਇਹੀ ਕੁਛ ਆ। ਸਭ ਤੋਂ ਪਹਿਲਾਂ ਤਾਂ ਇਹ ਚੀਜ਼ਾਂ, ਇਹ ਮੀਡੀਆ ਵਾਲੇ ਸਿਸਟਮ ਤੇ ਜਿਹੜੀਆਂ ਇਹ ਚੀਜ਼ਾਂ ਬੈਨ ਹੋਣੀਆਂ ਚਾਹੀਦੀਆਂ, ਹਾਂਜੀ ਇਹ ਬੰਦ ਹੋਣੀ ਚਾਹੀਦੀਆਂ। ਜੇ ਬੰਦ ਨਹੀਂ ਹੋਣੀ ਚਾਹੀਦੀਆਂ, ਜੇ ਨਹੀਂ ਬੰਦ ਹੋਣੀਆਂ ਤਾਂ ਇਹ ਆ ਵੀ ਲੋਕੀ ਸੁਣਨ ਨੂੰ ਛੱਡਣ। ਹਾਂਜੀ ਤੇ ਦੂਸਰਾ ਕਾਰਨ ਕੀ ਆ? ਦੂਸਰਾ ਕਾਰਨ ਹੈਗਾ ਮੁੰਡੇ ਤੇ ਜਿਹੜੇ ਨਸ਼ੇ ਕਰਦੇ ਆ ਮੁੰਡੇ, ਜਾਂ ਜਿਹੜੇ ਜਿਨ੍ਹਾਂ ਦਾ ਬੌਧਿਕ ਪੱਧਰ ਉਸ ਲੈਵਲ ਦਾ ਨਹੀਂ ਹੈਗਾ, ਜਿਨ੍ਹਾਂ ਦਾ ਬੌਧਿਕ ਪੱਧਰ ਮੀਡੀਆ ਨੇ ਜਾਂ ਫਿਲਮਾਂ ਨੇ ਵਿਗਾੜ ਰੱਖਿਆ ਹੈ, ਹਾਂਜੀ ਉਹ ਵੀ ਚੀਜ਼ਾਂ ਮੇਨ ਇਹਦੇ ਵਿੱਚ ਅਕਾਊਂਟ ਕਰਦੀਆਂ। ਤੇ ਤੀਸਰੀ ਗੱਲ ਇਹ ਆ ਵੀ ਜਿਹੜੇ ਸਾਡੇ ਲੋਕਾਂ ਦੇ ਜ਼ਿਹਨ ਵਿੱਚ ਇਹ ਗੱਲ ਘਰ ਚੁੱਕੀ ਆ ਵੀ ਔਰਤ ਲੇਡੀ ਦੇ ਮੁੰਡਾ ਹੀ ਵੰਸ਼ ਚਲਾ ਸਕਦਾ ਹੈ। ਹਾਂਜੀ ਉਹ ਚੀਜ਼ ਵੰਸ਼ ਤਾਂ ਕੁੜੀਆਂ ਚਲਾ ਸਕਦੀ, ਤੇ ਕੁੜੀਆਂ ਨਹੀਂ ਹੋਣਗੀਆਂ ਵੰਸ਼ ਚੱਲਣੀ ਕਿੱਥੋਂ? ਹਾਂਜੀ ਜੇ ਔਰਤ ਹੋਊਗੀ ਤਾਂ ਵੰਸ਼ ਚੱਲੂਗੀ, ਜੇ ਔਰਤ ਹੀ ਨਹੀਂ ਤਾਂ ਵੰਸ਼ ਕਿੱਥੋਂ ਚੱਲਣੀ? ਇਸ ਕਰਕੇ ਲੋਕਾਂ ਨੂੰ ਬਹੁਤ ਸਮਝਾਉਣ ਦੀ ਲੋੜ ਵਾ। ਉਹਨਾਂ ਨਾਲ ਬੈਠ ਕੇ ਇਸ ਮਸਲੇ ਡਿਸਕਸਾਂ ਹੋਣ ਬੈਠ ਕੇ, ਔਰ ਇਸ ਚੀਜ਼ ਨੂੰ ਰੋਕਿਆ ਜਾ ਸਕਦਾ ਕਿ ਤੁਸੀਂ ਪਰਿਵਾਰ ਵਿੱਚ ਬੈਠ ਕੇ ਡਿਸਕਸਾਂ ਕਰੋ, ਆਪਣੇ ਰਿਸ਼ਤੇਦਾਰਾਂ 'ਚ ਬੈਠ ਕੇ ਡਿਸਕਸ ਕਰੋ ਵੀ ਆਹ ਕੰਮ ਏਦਾਂ ਦੂਸਰੀ ਗੱਲ, ਕੁੜੀਆਂ ਨੂੰ ਹੱਲਾਸ਼ੇਰੀ ਦਿਓ ਵੀ ਜਿੰਨਾ ਵੱਧ ਕੇ ਤੁਸੀਂ ਕੰਮ ਕਰ ਸਕਦੀਆਂ ਜਾਂ ਕਿਸੇ ਰੁਤਬੇ ਨੂੰ ਪਾ ਸਕਦੀਆਂ। ਔਰ ਜਦੋਂ ਦਾ ਉਹ ਪੱਧਰ ਜ਼ਿਆਦਾ ਵਧੀਆ ਬਣਨਾ ਤੇ ਮੇਰੇ ਤੱਕ ਆਪਣੀ ਚੇਂਜ ਆਉਂਗੀ ਚੀਜ਼ ਦੇ ਵਿੱਚ, ਉਹ ਜ਼ਰੂਰੀ ਹੈ ਚੇਂਜ। ਤੇ ਤੀਸਰੀ ਗੱਲ, ਜਿੱਥੇ ਤੁਹਾਨੂੰ ਕਿਤੇ ਘਟਨਾ ਮਿਲਦੀ ਹੈ ਜਾਂ ਤੁਹਾਨੂੰ ਸੂਹ ਮਿਲਦੀ ਆ ਵੀ ਉਹ 'ਚ ਘਟਨਾ ਹੋਣ ਦੇ ਚਾਂਸ ਹੈਗੇ ਜਾਂ ਹੁੰਦੇ ਆ, ਉਹਦੇ ਪ੍ਰਤੀ ਤੁਰੰਤ ਕਾਰਵਾਈ ਨਹੀਂ ਤੁਸੀਂ। ਮੈਂ ਇੱਕ ਰਚਨਾ ਲਿਖੀ ਸੀ, ਇੱਕ ਲੜਕੀ ਤੇ ਲਿਖੀ ਸੀ, ਲੜਕੀ ਦੇ ਮਤਲਬ ਜਨਮ ਤੇ। ਤੁਹਾਨੂੰ ਸੁਣਾ ਜੀ। ਰਚਨਾ ਸੀ, ਤੂੰ ਯਕੀਨ ਨਹੀਂ ਕਰੇਂਗੀ, ਜਦ ਤੂੰ ਜੰਮੀ ਤਾਂ ਏਦਾਂ ਲੱਗਿਆ ਜਿਵੇਂ ਤੇਰੇ ਹੱਥਾਂ ਦਾ ਪਹਿਲਾ ਚੁੰਮਾ ਸਾਡੇ ਅੰਦਰ ਦੇ ਪੁਰਖਿਆਂ ਨਾਲ ਜੀ ਤੋੜਦਾ ਯੁੱਧ ਕਰਕੇ ਸਾਡੇ ਲਰਜ਼ਦੇ ਬੁੱਲਾਂ ਤੱਕ ਪਹੁੰਚਿਆ ਹੋਵੇ। ਮੈਂ ਖੁਸ਼ ਹਾਂ, ਅੰਦਰ ਦੇ ਸੌੜੇ ਪੁਰਖੇ ਹਾਰ ਗਏ, ਖਿੰਡ ਗਈ ਤਾਜ਼ਾ ਲਿਪੇ ਵਿਹੜੇ ਵਰਗੀ ਜ਼ਿੰਦਗੀ ਦੀ ਖੁਸ਼ਬੂ। ਜਦ ਤੂੰ ਪਹਿਲੇ ਦਿਨ ਸਕੂਲ ਗਈ, ਇਉਂ ਲੱਗਾ ਜਿਵੇਂ ਅੱਜ ਦਾ ਭਖਿਆ ਸੂਰਜ ਹੱਥੀਂ ਤੇਜ਼ਾਬ ਦੀਆਂ ਬੋਤਲਾਂ ਫੜੀ ਖੜਾ ਹੋਵੇ, ਤੇਰੀ ਫੱਟੀ ਤੇ ਲਿਖੇ ਧੀਨਾਂ ਦੇ ਅੱਖਰ ਨੂੰ ਸਰਾ। ਜਦ ਤੂੰ ਸ਼ਹਿਰ ਗਈ, ਅੱਖਰਾਂ ਚੋਂ ਸੀਰਤਾਂ ਦਾ ਭੇਦ ਲੱਭਣ ਲਈ, ਇਉਂ ਲੱਗਿਆ ਜਿਵੇਂ ਤੂੰ ਸਰਕੰਡਿਆਂ ਦੀ ਸੜਕ ਤੇ ਉਤਰ ਗਈ ਹੋਵੇ। ਤੇਰੇ ਤੋਤਲੇ ਬੋਲਾਂ ਵਿੱਚੋਂ ਤੇਰੀ ਚੁੰਨੀ ਦੇ ਸਿਤਾਰੇ ਨਤਾਰ, ਤੇਰੇ ਸਾਹਮਣੇ ਸ਼ਹਿਰ ਦਾ ਜੰਗਲ ਨੰਗੇਜ਼ ਗੀਤਾਂ ਦਾ ਸੰਵਿਧਾਨ ਲੈ ਕੇ ਖੜਾ ਹੋਵੇ। ਮੈਂ ਤੇਰੀਆਂ ਵੰਗਾਂ ਦੀ ਛੜਕਾਰ ਵਿੱਚੋਂ, ਘਰ ਦੀ ਦਹਲੀਜ਼ ਵਿੱਚੋਂ ਸਿਰਫ ਤੇਰੀ ਉੱਚੀ ਸੀਰਤੀ ਵੇਖੀਏ। ਤੂੰ ਯਕੀਨ ਨਹੀਂ ਕਰੀ, ਅਸੀਂ ਅੱਗ ਵਿੱਚ ਰੇਸ਼ਮ ਲੈ ਕੇ ਲੰਘਣ ਦੇ ਅਹਿਸਾਸ ਨਾਲ ਕੰਬਦੇ ਰਹੇ। ਇਹ ਮੈਂ ਰਚਨਾ ਉਸ ਔਰਤ ਤੇ ਲਿਖੀ ਸੀ, ਔਰ ਇੱਕ ਬੱਚੇ ਤੇ ਲਿਖੀ ਸੀ। ਹਾਂਜੀ ਇੱਕ ਬੱਚੀ ਦੇ ਆਧਾਰ ਤੇ, ਜਿੱਦਾਂ ਮੇਰਾ ਬੇਟਾ ਆ 5 ਸਾਲ ਦਾ, ਹਾਂਜੀ ਪਰ ਮੈਂ ਉਸਨੂੰ ਬੇਟਾ ਔਰ ਬੇਟੀ ਦੋਵੇਂ ਮੰਨਦਾ, ਠੀਕ ਹੈ ਨਾ। ਮੈਂ ਉਸ ਆਧਾਰ ਤੇ ਲਿਖੀ ਸੀ। ਦੂਸਰੀ ਗੱਲ, ਜੋ ਆਪਾਂ ਸਮਾਜ ਵਿੱਚ ਦੇਖਦੇ ਆ ਉਹਨਾਂ ਦੇ ਮੁਤਾਬਕ ਮੈਂ ਤੇ ਰਚਨਾ ਲਿਖੀ ਸੀ, ਕਿਉਂਕਿ ਇਹ ਸਭ ਕੁਝ ਤੇਜ਼ਾਬੀ ਘਟਨਾਵਾਂ ਹੋ ਗਈਆਂ ਜਾਂ ਜੋ ਕੁਝ ਵੀ ਹੈਗੇ ਆ, ਇਹ ਸਾਰਾ ਕੁਝ ਸਾਡੇ ਸਮਾਜ ਵਿੱਚ ਵਾਪਰ ਰਿਹਾ ਹੈ, ਔਰ ਜੋ ਕਿ ਬਹੁਤ ਬੁਰਾ ਹੈ। ਤੇ ਸਰ, ਮੈਂ ਹੁਣ ਤੁਹਾਨੂੰ ਇਹ ਲਾਸਟ ਇਹੀ ਕੁਐਸਚਨ ਕਰਾਂਗੀ ਕਿ ਜਿੱਦਾਂ ਸਾਹਿਤ ਦੇ ਵਿੱਚ ਹਨਾ ਅਸੀਂ ਲਿਖਦੇ ਆ ਤੇ ਸਾਹਿਤਕਾਰ ਦਾ ਕੰਮ ਹੀ ਲਿਖਣਾ ਆ, ਤੇ ਇਹਦੇ ਲਈ ਤੁਹਾਡੀ ਕੋਈ ਆਊਟਪੁੱਟ, ਤੁਹਾਡੀ ਲਾਸਟ ਤੇ ਤੁਹਾਨੂੰ ਹੁੰਦਾ ਕਿ ਮੈਂ ਇਹਦੀ ਆਊਟਪੁੱਟ ਕੱਢਾਂ ਕੁਝ? ਦੇਖੋ ਜੀ, ਸਾਹਿਤ ਦੀ ਜੇ ਤੁਸੀਂ ਕੋਈ ਆਊਟਪੁੱਟ ਦੀ ਗੱਲ ਆ, ਸਾਹਿਤ ਦੀ ਆਊਟਪੁੱਟ ਨਿਕਲਦੀ ਆ। ਹਾਂਜੀ, ਕਿੱਦਾਂ ਨਿਕਲਦੀ ਆ? ਤੁਹਾਨੂੰ ਐਗਜ਼ਾਮਪਲ ਦੇਣਾ। ਤੁਹਾਨੂੰ ਸਾਹਿਤ ਚੰਗਾ ਔਰ ਮਾੜਾ ਪੱਖ ਦੋਏ ਹੁੰਦੇ ਆ। ਹਾਂਜੀ, ਸਾਹਿਤ ਜਿਹੜਾ ਸਾਡੇ ਇੱਥੇ ਆਪਾਂ ਪੰਜਾਬ ਵਿੱਚ ਪੜ੍ਹਦੇ ਆ, ਕਈ ਰੰਗਾਂ ਦਾ ਸਾਹਿਤ ਆ। ਹਾਂਜੀ, ਇੱਕ ਤਾਂ ਸੂਫੀ ਸਾਹਿਤ ਆ, ਬਹੁਤ ਮਿਠਾਸ ਉਹਦੇ ਵਿੱਚ, ਹਾਂਜੀ, ਪਰ ਇੱਕ ਸਾਹਿਤ ਉਹ ਆ ਜਿਹੜਾ ਹੁਣ ਸਾਡੇ ਇਹ ਗੀਤਕਾਰ ਰਚ ਰਹੇ ਆ, ਕੁੜੀਆਂ ਨੂੰ ਇੱਕ ਸਿੰਬੋਲਿਕ ਬਣਾ ਕੇ ਜਾਂ ਉਹਨਾਂ ਦੀ ਅੰਗਾਂ ਦੀ ਇੱਕ ਨੁਮਾਇਸ਼ ਲਾ ਕੇ। ਹਾਂਜੀ, ਤੁਸੀਂ ਖੁਦ ਦੇਖੋ ਦੀ ਆਊਟਪੁੱਟ ਨਿਕਲਦੀ ਆ। ਜੇ ਉਹ ਗੰਦ ਪਰੋਸਦੇ ਆ ਤਾਂ ਲੋਕੀ ਗੰਦ ਖਾਂਦੇ ਆ ਉਹਦੇ। ਹਾਂਜੀ, ਹਾਂਜੀ, ਠੀਕ ਹੈ ਜੀ। ਹੁਣ ਜਦੋਂ ਸਾਹਿਤ ਨੂੰ ਕਹੋ, ਸਾਹਿਤ ਦੀ ਆਊਟਪੁੱਟ, ਚੰਗੇ ਸਾਹਿਤ ਦੀ ਆਊਟਪੁੱਟ ਨਿਕਲਦੀ ਆ। ਜਿਹੜੀਆਂ ਜਾਗਦੀਆਂ ਜ਼ਮੀਰ ਵਾਲੇ ਲੋਕ ਹੈਗੇ ਆ, ਜਾਂ ਜਿਨ੍ਹਾਂ 'ਚ ਹੈਗਾ ਵੀ ਅਸੀਂ ਕੁਝ ਕਰਨਾ ਆ, ਔਰ ਉਹਨਾਂ ਚੀਜ਼ਾਂ ਨੂੰ ਪੜ੍ਹ ਕੇ ਅੱਗੇ ਜਾਂਦੇ ਆ। ਜੇ ਮੈਨੂੰ ਲੱਗਦਾ ਵੀ ਜੇ ਮੈਂ ਸਾਹਿਤ ਨਾ ਪੜ੍ਹਿਆ ਹੁੰਦਾ ਤਾਂ ਅੱਜ ਤੁਹਾਡੇ ਨਾਲ ਇੱਥੇ ਬੈਠਾ ਹੁੰਦਾ। ਸਾਹਿਤ ਪੜ੍ਹ ਕੇ ਨਿਕਲਦੀ ਆਊਟਪੁੱਟ, ਤੁਹਾਡੇ ਵਿਚਾਰ ਵੀ ਚੇਂਜ ਹੁੰਦੇ ਆ, ਕਿਉਂਕਿ ਜਜ਼ਬਾਤ ਹੁੰਦੇ ਆ। ਤੁਹਾਨੂੰ ਕਿਹੜੇ ਮੌਕੇ ਕਿਹੜੀ ਗੱਲ ਠੇਸ ਕਰ ਦਿੰਦੀ ਹੈ। ਮੈਂ ਪਿੱਛੇ ਗੀਤ ਸੁਣਿਆ ਸੀਗਾ, ਉਹ ਗੀਤ ਸੀਗਾ ਇਹ
ਲੱਖ ਹੋਣ ਚਾਚੀਆਂ ਤਾਈਆਂ ਮਾਮਾ ਹੁੰਦੀਆਂ ਹਾਂਜੀ ਔਰ ਕਿੰਨਾ ਵਧੀਆ ਗੀਤ ਆ ਤੁਸੀਂ ਉਹ ਔਰ ਉਹਦੀ ਇੱਕ ਆਊਟਪੁੱਟ ਨਿਕਲਦੀ ਹੈ ਲੋਕੀ ਸਮਝਦੇ ਹਾਂ ਮਾਤਾ ਰੁਤਬਾ ਹੈਗਾ ਹਾਂਜੀ ਔਰ ਗੱਲ ਮਤਲਬ ਮੈਂ ਨਾ ਖਾਦੀ ਮਾਂ ਹੈਗੀ ਹਾਂਜੀ ਤੇ ਦੂਸਰਾ ਰਹੀ ਸਾਹਿਤ ਦੀ ਜੇ ਤੁਸੀਂ ਕਹਿੰਦੇ ਦੇਣ ਸਾਹਿਤ ਦੀ ਦੇਣ ਹੁੰਦੀ ਆ ਪਰ ਉਹਦੇ ਲਈ ਲੋਕਾਂ ਦਾ ਉਹ ਬੌਧਿਕ ਪੱਧਰ ਉੱਤੇ ਬਣਨਾ ਜ਼ਰੂਰੀ ਆ ਹਾਂਜੀ ਜਿਹੋ ਜਿਹੇ ਸਮਾਜ ਵਿੱਚ ਰਹਿੰਦੇ ਆ ਤੇ ਜਿਹੋ ਜਿਹੇ ਤੁਸੀਂ ਦੋਸਤਾਂ 'ਚ ਵਿਚਰਦੇ ਆ ਜਾਂ ਜਿਹੋ ਜਿਹੇ ਤੁਸੀਂ ਮਾਹੌਲ ਵਿੱਚ ਰਹਿੰਦੇ ਆ ਹਾਂਜੀ ਤੁਸੀਂ ਉਸ ਬੌਧਿਕ ਪੱਧਰ ਵਿੱਚ ਉਹਨਾਂ ਦੀ ਬੌਧਿਕ ਪੱਧਰ ਦਾ ਜੇ ਤੁਸੀਂ ਸਾਹਿਤ ਉੱਤੇ ਬੋਲਦੇ ਆ ਜਾਂ ਪੜ੍ਹਦੇ ਆ ਤਾਂ ਤੁਹਾਡੇ ਸਾਹਿਤ ਉਸ ਸਲਾਹ ਜੋ ਹੁੰਦਾ ਤੁਹਾਡਾ ਸਾਹਿਤ ਅਸਰ ਵੀ ਕਰਦਾ ਹੈ ਹੁਣ ਜੇ ਤੁਸੀਂ ਕਹੋ ਵੀ ਇਹ ਇੱਕ ਨਾਸਤਿਕ ਲੋਕਾਂ ਮੂਹਰੇ ਜਾਂ ਇੱਕ ਧਾਰਮਿਕ ਲੋਕਾਂ ਮੂਹਰੇ ਆਊਟਪੁੱਟ ਗਲਤ ਸਾਹਿਤ ਰੱਖੋਗੇ ਤਾਂ ਤੁਹਾਨੂੰ ਆਊਟਪੁੱਟ ਕਦੇ ਨਹੀਂ ਨਿਕਲੂਗੀ ਫਰਕ ਪੈਂਦਾ ਹੈ ਇਸ ਗੱਲ ਤੇ ਸਰ ਲਾਸਟ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਮੈਂ ਤੁਹਾਨੂੰ ਇਹ ਕਹੂੰਗੀ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋ ਹਾਂਜੀ ਜ਼ਰੂਰ ਜੀ ਮੀਡੀਆ ਪੰਜਾਬ ਦੇਖਦੇ ਸਾਰੇ ਦਰਸ਼ਕਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਮੇਰਾ ਸੰਦੇਸ਼ ਇਹੀ ਆ ਵੀ ਜਿੰਨਾ ਹੋ ਸਕੇ ਸਮਾਜ 'ਚ ਆਪਾਂ ਚੀਜ਼ ਲਿਆਈਏ ਇਹਨਾਂ 'ਚੋਂ ਭਰੂਣ ਹੱਤਿਆ ਨਸ਼ਾ 'ਚ ਹੋਰ ਵੀ ਦਾਜ ਵਰਗੀਆਂ ਜਿੰਨੀਆਂ ਵੀ ਲਾਹਨਤਾਂ ਆ ਇਹਨਾਂ ਨੂੰ ਦੂਰ ਕਰੀਏ ਔਰ ਇਹਨਾਂ ਨੂੰ ਦੂਰ ਆਪਾਂ ਤਦ ਕਰ ਸਕਦੇ ਹਾਂ ਜੇ ਆਪਾਂ ਆਪਣੇ ਘਰ ਤੋਂ ਸ਼ੁਰੂ ਹੋਵਾਂਗੇ ਹੁਣ ਆਪਣੇ ਘਰ ਵਿੱਚ ਜੇ ਆਪਾਂ ਕੋਈ ਫੰਕਸ਼ਨ ਰੱਖਦੇ ਕੋਸ਼ਿਸ਼ ਕਰੋ ਵੀ ਕੋਸ਼ਿਸ਼ ਨਹੀਂ ਕਿ ਨਿਰਣਾ ਲੈ ਲਓ ਵੀ ਅਸੀਂ ਇਹਨੂੰ ਬਿਲਕੁਲ ਸਾਡੇ ਢੰਗ ਨਾਲ ਕਰਨਾ ਵੀ ਅਸੀਂ ਕੋਈ ਦਾਜ ਨਹੀਂ ਲੈਣਾ ਕੋਈ ਦਹੇਜ ਨਹੀਂ ਲੈਣਾ ਹਾਂ ਇੱਕ ਗੱਲ ਮੈਂ ਇਸ ਗੱਲ ਨੂੰ ਜ਼ਰੂਰ ਕਹੂੰਗਾ ਹਾਂ ਤੁਹਾਡੇ ਕੋਲ ਜੇ ਬੰਦੇ ਕਿਸੇ ਬੱਚੇ ਨੇ ਕੰਮ ਕੀਤਾ ਸਾਰੀ ਉਮਰ ਲੇਡੀ ਔਰਤ ਆ ਉਹ ਲੜਕੀ ਆ ਉਹ ਸਾਰੀ ਉਮਰ ਆਪਣੇ ਪਰਿਵਾਰ ਲਈ ਕੰਮ ਕਰਦੀ ਰਹਿੰਦੀ ਹੈ ਜਿੰਨਾ ਚਿਰ ਰਹਿੰਦੀ ਹੈ ਹਾਂ ਜਦ ਉਹਦਾ ਵਿਆਹ ਹੁੰਦਾ ਆ ਤਾਂ ਉਹਦਾ ਇੱਕ ਉਹਦਾ ਸਰਮਾਇਆ ਹੁੰਦਾ ਪਰਿਵਾਰ 'ਚ ਬਣਿਆ ਇੱਕ ਮੋਹ ਹੁੰਦਾ ਇੱਕ ਉਹਦਾ ਸਰਮਾਇਆ ਹੁੰਦਾ ਵੀ ਮੈਂ ਕਿਉਂਕਿ ਪਰਿਵਾਰ ਨੂੰ ਲੱਗਦਾ ਹੁੰਦਾ ਮੈਂ ਕੁਝ ਦੇਣਾ ਆ ਉਹਨੂੰ ਦਾਜ ਰੂਪੀ ਚੀਜ਼ਾਂ ਛੱਡ ਦਿਓ ਦਾਜ ਰੂਪੀ ਚੀਜ਼ਾਂ ਮੁਤਾਬਕ ਤੁਸੀਂ ਇਹ ਕਰ ਸਕਦੇ ਆ ਬੱਚੇ ਦੀ ਜਿਹੜਾ ਵਿਆਹ ਬੱਚਾ ਉਹਦੀ ਆਉਣ ਵਾਲੀ ਲਾਈਫ ਵਿੱਚ ਉਹਨੂੰ ਸੈਟਿੰਗ ਕਰ ਸਕਦੇ ਆ ਉਹਦਾ ਕੰਮ ਦਾ ਪੱਧਰ ਬਣਾ ਸਕਦੇ ਆ ਤੁਸੀਂ ਉਹਦਾ ਜਾਂ ਇਹ ਕਹਿ ਸਕਦੇ ਆ ਵੀ ਇਹ ਜਿਹੜਾ ਗਾਹਾਂ ਨੇ ਕੋਈ ਕੰਮ ਸ਼ੁਰੂ ਕਰਨਾ ਉਹਦਾ ਰੋਜ਼ਗਾਰ ਪੱਧਰ ਬਣਾਓ ਤੁਸੀਂ ਕੋਸ਼ਿਸ਼ ਇਹ ਕਰੋ ਵੱਧ ਤੋਂ ਵੱਧ ਜੇ ਰੋਜ਼ਗਾਰ ਹੋਊਗਾ ਤਾਂ ਮੇਰੇ ਮੁਤਾਬਕ ਲੋਕੀ ਬਹੁਤ ਖੁਸ਼ ਹੋਣਗੇ ਔਰ ਸੁਖੀ ਹੋਣਗੇ ਧੰਨਵਾਦ ਜੀ